ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਤੇ ਇਲਜ਼ਾਮ ਲਾਉਂਦੀ ਹੈ, ਉਹ ਕਹਿੰਦੀ ਕਿ ਜਿਹੜੇ ਇਹ ਲੋਕ ਨੇ ਇਹ ਅੰਦਰ ਬੀਅਰ ਦੀਆਂ ਬੋਤਲਾਂ ਮਿਲੀਆਂ, ਨਸ਼ਾ ਅੰਦਰ ਗਿਆ। ਅਸੀਂ ਇਹਨਾਂ ਦੀਆਂ ਕਰਤੂਤਾਂ ਦਾ ਪਹਿਲਾਂ ਹੀ ਇਹ ਜੱਗ ਜਾ ਰਹੀ ਵੀ ਇਹ ਬੰਦੇ ਕਿਸੇ ਤੱਕ ਵੀ ਗਿਰ ਸਕਦੇ ਨੇ। ਜੇ ਕਿਸੇ ਚੋਰ ਨੇ ਚੋਰੀ ਕੀਤੀ ਹੋਵੇ ਤੇ ਉਹਦੇ ਮਨ ਦੇ ਵਿੱਚ ਇਹੋ ਗੱਲ ਹੁੰਦੀ ਆ ਵੀ ਮੈਂ ਦੂਜੇ ਨੂੰ ਦਵਾ ਦਵਾ ਚੋਰ ਕਹਿਦਾ, ਕਿਤੇ ਮੈਨੂੰ ਨਾ ਕਹਦੇ। 7 ਬੰਦੇ ਅਸੀਂ ਲੈਣ ਸਿਰ ਖੜ ਜਾਾਂਗੇ ਜਿਨ੍ਹਾਂ ਦੀ ਉਦੋਂ ਮੌਕੇ ਤੇ 40 ਦਿਨ ਡਿਊਟੀ ਰਹੀ ਹੈ। ਠੀਕ ਹੈ, 7 ਬੰਦੇ ਇਹਨਾਂ ਦੇ ਚੁਣ ਲਾਂਗੇ। ਹਾਂ, 7 ਬੰਦੇ ਇਹਨਾਂ ਦੇ ਚੁਣ ਕੇ ਡ੍ਰੌਪ ਟੈਸਟ ਕਰਵਾ ਲਓ। 70% ਬੰਦੇ ਜਿਹੜੇ ਇਹਨਾਂ ਦੇ ਰਾਤ ਨੂੰ ਠੇਕਿਆਂ ਦੇ ਹੁੰਦੇ ਆ। ਅੱਛਾ, 70% ਬੰਦੇ ਮੀਟ ਖਾ। ਪਰ ਅਸੀਂ ਇਸ ਚੀਜ਼ ਤੇ ਮਰ ਜਾਂਦੇ ਆ ਕਿ ਜੇ ਇਹਨਾਂ ਨੂੰ ਜੱਗ ਜ਼ਾਹਰ ਕਰੀਏ ਹਾਂ ਕਿ ਉਹ ਸਾਡੇ ਹੀ ਸਿਰ ਤੇ ਸਵਾਹ ਪੈਂਦੀ ਫਿਰ ਕੌਮ ਦੇ। ਪ੍ਰਸ਼ਾਸਨ 100 ਬੰਦਾ ਪ੍ਰਸ਼ਾਸਨ ਦਾ ਸਾਡੇ ਘਰੇ ਘਰੇ ਲੱਗਾ ਤੇ ਪੇਟੀਆਂ ਜਿਹੜੀਆਂ ਵਾ ਉੱਥੇ ਬੀਅਰ ਦੀਆਂ ਹੁੰਦੀਆਂ ਰਹੀਆਂ, ਕਿਉਂਕਿ ਜਿੱਥੋਂ ਸਾਡੇ ਕੇਸਾਂ ਨੂੰ ਧੂ ਕੇ ਉਹ ਬੂਹੇ ਤੋਂ ਲਿਆਂਦਾ, ਧੂ ਕੇ ਕੇਸਾਂ ਤੋਂ ਡਾਂਗਾ ਮਾਰਦੇ ਆਂਦਾ ਤੇ ਸਾਡੇ ਕਕਾਰ ਰਾਜ ਰੁਲੇ, ਸਾਡੇ ਦਮਾਲੇ ਰਾਜ ਰਹਿ ਗਏ। ਮੈਨੂੰ ਦਮਾਲੇ ਨਹੀਂ ਮਿਲੇ, ਆਪਣੇ ਨਾਲ ਗੱਲ ਦਾ ਕੋਈ ਹਜ਼ੂਰੀਆ ਮਿਲਿਆ ਸਾਨੂੰ। ਸਾਡੇ ਕੇਸਾਂ ਦੇ ਕੰਗੇ ਦੇ ਕੜੇ ਵੀ ਜਿਹੜੇ ਆ, ਕੜੇ ਵੀ ਸਾਡੇ ਲਾਏ ਗਏ। ਕਿਉਂ ਕੜੇ ਕਿਉਂ ਲਾਤੇ? ਕੜਿਆਂ ਤੋਂ ਫੜ ਕੇ ਖਿੱਚਦੇ ਸੀ ਆ, ਉਹ ਕੜਿਆਂ ਤੋਂ ਫੜ ਕੇ ਖਿੱਚਦੇ ਸੀ। ਹੋ ਜੇ ਪਰ ਗੁੱਟ ਨਿਕਲ ਜਾਏ। ਹਾਂਜੀ ਹਾਂਜੀ, ਗੁੱਟ ਕੱਢਦੇ ਮੇਰੇ ਤਾਂ ਦੋਵੇਂ ਲਮਕੇ ਸੀ ਇਸ ਤਰ੍ਹਾਂ ਜੀ। ਉਹਨਾਂ ਪਰਚਿਆਂ ਦੀ ਜਾਂ ਇਹਨਾਂ ਸੱਟਾਂ ਦੀ ਕੋਈ ਸਾਨੂੰ ਪਰਵਾਹ ਨਹੀਂ, ਇੱਕ ਭੋਰਾ ਜਿੰਨੀ ਤੇ ਨਾ ਕੋਈ ਹਿਰਦੇ ਦੇ ਵਿੱਚ ਦੁੱਖ ਹੈ। ਕਿਉਂਕਿ ਅਸੀਂ ਪਿਓ ਖਾਤਰ ਗਏ ਸਾਂ, ਪਿਓ ਖਾਤਰ ਪਈਆਂ, ਪਿਓ ਖਾਤਰ ਵੱਢੇ ਗਏ, ਪਿਓ ਖਾਤਰ ਅਸੀਂ ਅੰਦਰ ਵੀ ਚੱਲ ਜਾਾਂਗੇ ਤੇ ਸਾਡਾ ਉਹ ਜਿਹੜਾ ਅੰਦਰ ਜਾਣਾ ਵੀ ਆ, ਜਿੰਨੇ ਦਿਨ ਵੀ ਅੰਦਰ ਲਾਵਾਂਗੇ ਤੇ ਅਸੀਂ ਪਿਓ ਦੀ ਹਾਜ਼ਰੀ ਦੇ ਵਿੱਚ ਲਾਵਾਂਗੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸਾਂ ਕਿ ਅਗਲੇ ਐਪੀਸੋਡ ਦੇ ਵਿੱਚ ਵੀ ਮੇਰੇ ਨਾਲ ਵੀਰ ਦਿਲਬਾਗ ਸਿੰਘ ਹੋਣਗੇ, ਜੋ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਲਈ 7 ਮੈਂਬਰੀ ਕਮੇਟੀ ਬਣੀ ਸੀ ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਕਰਾਰ ਦੇ ਵਿੱਚ ਸੱਟਾਂ ਲੱਗੀਆਂ ਨੇ। ਵੀਰ ਸਾਡੇ ਨਾਲ ਨੇ, ਚਸ਼ਮਦੀਦ ਸਾਡੇ ਨਾਲ ਨੇ। ਸਿੱਧੇ ਸ਼ਬਦਾਂ ਵਿੱਚ ਕਹਾਂ ਵੀ ਪੀੜਤ ਸਾਡੇ ਨਾਲ ਹੈ, ਪਰ ਇਹ ਮੇਰੇ ਤੇ ਬੜਾ ਇਤਰਾਜ਼ ਕਰਦੇ ਆ ਜਦੋਂ ਮੈਂ ਪੀੜਤ ਸ਼ਬਦ ਵਰਤਦਾ। ਮੈਂ ਕਹਿੰਦਾ ਕਿ ਸਾਨੂੰ ਕੋਈ ਪੀੜਾ ਨਹੀਂ, ਸਾਨੂੰ ਪੀੜਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਰੂਪਾਂ ਦੀ ਹੈ ਵੀ ਕਿੱਥੇ ਗਏ ਨੇ। ਸਾਡੇ ਕਹਿੰਦੇ ਜ਼ਖਮਾਂ ਦੀ ਕੋਈ ਪੀੜਤ ਨਹੀਂ, ਸਾਨੂੰ ਪੀੜਾ ਪੂੜਾ ਨਾ ਕਿਆ ਕਰੋ। ਚਲੋ ਖੈਰ, ਉਹ ਇਹਨਾਂ ਦੀ ਭਾਵਨਾ ਹੈ। ਆਪਾਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਵੀਰਾਂ ਦੇ ਉੱਪਰ ਇਲਜ਼ਾਮ ਇਹ ਲੱਗਾ ਹੈ ਕਿ ਉੱਥੇ ਸ਼ਰਾਬ ਗਈ, ਤੇ ਇਸ ਮਾਮਲੇ ਨੂੰ ਵੀ ਮੇਰਾ ਮਨ ਕਹਿੰਦਾ ਵੀ ਆਪਾਂ ਕਲੀਅਰ ਕਰ ਲਈਏ। ਤੇ ਕਿਸ ਤਰੀਕੇ ਨਾਲ ਕਲੀਅਰ ਹੋ ਸਕਦਾ ਇਹ ਵੀਰ ਜ਼ਿਆਦਾ ਸੁਚੱਜੇ ਢੰਗ ਨਾਲ ਦੱਸ ਸਕਦੇ ਨੇ, ਕਿਉਂਕਿ ਕਾਨੂੰਨਨ ਤੌਰ ਦੇ ਉੱਪਰ ਵੀ ਜਾਂ ਸਮਾਜਿਕ ਤੌਰ ਦੇ ਉੱਪਰ ਵੀ ਡੋਪ ਟੈਸਟ ਹੋ ਸਕਦੇ ਨੇ। ਉਹ ਇਹ ਕਿਹਨਾਂ ਦੀ ਮੰਗ ਕਰਦੇ ਨੇ, ਉਹ ਕਿਹਨਾਂ ਦੀ ਮੰਗ ਕਰਦੇ ਨੇ, ਆਓ ਆਪਾਂ ਜਾਣਦੇ ਹਾਂ। ਪ੍ਰੋਗਰਾਮ ਦੇ ਵਿੱਚ ਵੀਰ ਦਿਲਬਾਗ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੀਰ ਦਿਲਬਾਗ ਸਿੰਘ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ ਇਸ ਮਾਮਲੇ ਦੇ ਉੱਪਰ ਪਾਵਨ ਸਰੂਪਾਂ ਦੀ, ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਤੇ ਇਲਜ਼ਾਮ ਲਾਉਂਦੀ ਹੈ, ਉਹ ਕਹਿੰਦੀ ਕਿ ਜਿਹੜੇ ਇਹ ਲੋਕ ਨੇ ਇਹ ਅੰਦਰ ਬੀਅਰ ਦੀਆਂ ਬੋਤਲਾਂ ਮਿਲੀਆਂ, ਨਸ਼ਾ ਅੰਦਰ ਗਿਆ। ਫਿਰ ਖੋਸੇ ਦੀ ਵੀਰ ਦੀ ਉਹ ਜਿਹੜੀ ਵੀਡੀਓ ਹੈ, ਜਿਸ ਦਿਨ ਮੇਰੇ ਖਿਆਲ ਉਹ ਵੀਰ ਨੇ ਬਿਆਨ ਵੀ ਦਿੱਤਾ ਵੀ ਮੇਰੇ ਸੈੱਲ ਘਟੇ ਹੋਏ ਸਨ, ਮੇਰੀ ਮੈਡੀਸਨ ਚੱਲਦੀ ਸੀ, ਉਹ ਜਨਤਕ ਕੀਤੀ। ਹੁਣ ਉਹ ਵੀਡੀਓ ਦੇ ਵਿੱਚ ਖੋਸਾ ਡਿੱਗਦਾ ਜਿਹਾ ਆ ਰਿਹਾ ਆ। ਉਹ ਬੰਦਾ ਬਿਮਾਰ ਵੀ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ। ਦੂਜੇ ਨੰਬਰ ਦੇ ਉੱਪਰ ਸ਼ਰਾਬ ਦਾ ਜਿਹੜਾ ਲਾਇਆ ਗਿਆ, ਤੁਹਾਨੂੰ ਕੀ ਲੱਗਦਾ ਹੈ ਵੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਵਾਹਿਗੁਰੂ ਜੀ, ਪਹਿਲੀ ਗੱਲ ਤਾਂ ਵੇਖੋ ਵੀ ਆਪੇ ਹੀ ਮੈਂ ਰੱਜੀ ਪੁੱਜੀ ਤੇ ਆਪੇ ਹੀ ਮੇਰੇ ਬੱਚੇ ਜੀ, ਵੀ ਕਿੱਡੇ ਕਿੱਡੇ ਬੰਦਗੀ ਵਾਲੇ ਸਿੰਘ ਆ ਸਾਡੇ ਨਾਲ, ਜਿਨ੍ਹਾਂ ਸਿੰਘਾਂ ਨੇ 7-7 ਸਾਲ 8 ਸਾਲ ਹੋ ਗਏ ਚਾਹ ਤੱਕ ਨਹੀਂ ਪੀਤੀ। ਅੱਛਾ ਜੀ। ਹਾਂਜੀ, ਉਹਨਾਂ ਸਿੰਘਾਂ ਦੇ ਅੰਜਾਮ ਜੇ ਖੋਸੇ ਸਾਹਿਬ ਦੀ ਆਪਾਂ ਚਲੋ ਪਹਿਲਾਂ ਉੱਥੋਂ ਹੀ ਆਪਾਂ ਕੰਮ ਚਾਲੂ ਕਰ ਲੈਂਦੇ ਹਾਂ। ਵੀ ਖੋਸੇ ਸਾਹਿਬ ਦੀ ਗੱਲ ਕਰਦੇ, ਉਹ ਐਡਾ ਸਿੰਘ ਭਾਵਨਾ ਵਾਲਾ ਸੀ ਵੀ ਗੁਰੂ ਸਾਹਿਬ ਨਾਲ ਇੰਨਾ ਪਿਆਰ ਸੀ ਉਹਦਾ ਵੀ ਦੋਵੇਂ ਟਾਈਮ ਉਹਨੇ ਸਾਨੂੰ ਵੀ ਆਵਾਜ਼ਾਂ ਦੇਣੀਆਂ ਕਿ ਮੋਰਚਾ ਛੱਡ ਕੇ ਆ ਜਾਓ, ਗੁਰੂ ਸਾਹਿਬ ਸਾਂਭ ਲਏਗਾ ਤੇ ਆਓ ਆਪਾਂ ਦਰਸ਼ਨ ਮੇਲੇ ਕਰਕੇ ਆਈਏ। ਅਸੀਂ ਸਾਰੇ ਜਣੇ ਮੈਂਬਰ ਇਹ ਗੱਲ ਸੋਚਦੇ ਹਾਂ ਕਿ ਇਹਨਾਂ ਦਾ ਕੋਈ ਪਤਾ ਨਹੀਂ ਹੈ ਵੀ ਇਹਨਾਂ ਕੀ ਜਿਹੜਾ ਅੰਜਾਮ ਜਿਹੜਾ ਸਾਡੇ ਕੈਮਰੇ ਥਾਂ ਲੱਗੇ ਆ ਕਿ ਸਿੰਘ ਤੇ ਅੰਜਾਮ ਲਾ ਦੇਣਗੇ। ਅਸੀਂ ਦੁੱਖ ਭੰਜਣ ਬੇਰੀ ਤੋਂ ਹੀ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਜਿਹੜੇ ਆ ਉੱਥੋਂ ਹੀ ਜਿਹੜਾ ਜਲ ਛਕ ਕੇ ਤੇ ਅਸੀਂ ਉੱਥੋਂ ਹੀ ਵਾਪਸ ਹੋ ਜਾਂਦੇ ਰਹੇ। ਅੱਛਾ ਜੀ।
ਅਸੀਂ ਇਹਨਾਂ ਦੀਆਂ ਕਰਤੂਤਾਂ ਦਾ ਪਹਿਲਾਂ ਹੀ ਇਹ ਜੱਗ ਜਾ ਰਹੀ ਵੀ ਇਹ ਬੰਦੇ ਕਿਸੇ ਤੱਕ ਵੀ ਗਿਰ ਸਕਦੇ ਨੇ। ਹੁਣ ਵੇਖੋ ਬੱਚੀ ਆ, ਉਹ ਬੱਚੀ ਇਹਨੂੰ ਜਲ ਸਿੰਘ ਨੂੰ ਪਿਆ ਰਹੀ ਆ ਤੇ ਪਹਿਲਾਂ ਤੇ ਇਹਦੇ ਕਰੈਕਟਰ ਤੇ ਇਹਨਾਂ ਬੰਦਿਆਂ ਨੇ ਹੱਥ ਚੁੱਕਿਆ। ਉਹਦੇ ਉੱਤੇ ਵੇਖੋ ਬਾਰ-ਬਾਰ ਉਹ ਬੱਚੀ ਦੇ ਸਿਰ ਦੇ ਉੱਤੇ ਚੁੰਨੀ ਦੇ ਰਹੇ ਨੇ ਕਿ ਉਹਦੇ ਸਿਰ ਤੋਂ ਚੁੰਨੀ ਲੱਗੀ ਜਦੋਂ ਜਲ ਛਕਾਉਣ ਲੱਗੀ, ਚੁੰਨੀ ਦੇਣ ਦੇ ਉਹ ਬਾਰ-ਬਾਰ ਮੀਡੀਆ ਦੇ ਵਿੱਚ ਵੇਖੋ ਇਹ ਪਿਆਰ ਦੇ ਰਹੇ ਬੱਚੀ ਨੂੰ, ਕਿੱਦਾਂ ਕਰ ਰਹੇ ਆ, ਉਹਨੂੰ ਉਲਟ ਜਿਹੜਾ ਵਾ ਚੀਜ਼ ਨੂੰ ਸਾਬਤ ਕਰਨ ਦੀ ਕੋਸ਼ਿਸ਼ ਇਹਨਾਂ ਕੀਤੀ। ਦੂਜੀ ਗੱਲ ਕਰਦੇ ਆ ਜੀ, ਇਹ ਡਿੱਗਦਾ ਜਿੱਦਾਂ ਆਇਆ ਵੀ ਸੁਖਜੀਤ ਸਿੰਘ ਖੋਸੇ ਡਿੱਗਦਾ ਆਇਆ ਜੀ। ਇਹ ਭਾਈ ਸਾਹਿਬ ਜਿੱਦਣ ਅਸੀਂ ਮੋਰਚਾ ਲਾਇਆ ਉਦੋਂ ਵੀ ਇਹਨੂੰ ਬੁਖਾਰ ਸੀ, 200 103 ਦੇ ਕਰੀਬ ਇਹਨੂੰ ਬੁਖਾਰ ਸੀ। ਹਾਂ, ਉਹਦੇ ਹੱਥ ਵੀ ਕੰਬਦੇ ਹੱਥ ਸੀ, ਵੀ ਬੁਰਾ ਹਾਲ ਸੀ। ਹਾਂ, ਬੁਰੇ ਹਾਲ ਸੀ ਉਦੋਂ ਵੀ। ਤੇ ਅਸੀਂ ਇਹਨੂੰ ਆਖਿਆ ਵੀ ਸਿੰਘਾ ਤੂੰ ਮੋਰਚਾ ਲੱਗ ਗਿਆ, ਕੋਈ ਨਹੀਂ ਜੋ ਵੀ ਹੋਵੇਗਾ ਅਸੀਂ ਸਾਂਭ ਲਾਂਗੇ ਤੇ ਤੂੰ ਜਾ ਕੇ ਤੇ ਆਪਣੀ ਦਵਾਈ ਦਾਰੂ ਕਰ। ਇਹਨੇ ਸਿੰਘ ਨੇ ਕਿਹਾ ਵੀ ਨਹੀਂ, ਮੈਂ ਤਾਂ ਕੋਈ ਬੱਕਰੀ ਦੇ ਦੁੱਧ ਨਹੀਂ ਪੀਣੇ, ਜੇ ਮੇਰੇ ਸੈੱਲ ਘਟੇ ਨੇ ਕਿਤੇ ਪਹਿਲਾਂ ਟੈਸਟ ਕਰਾਇਆ ਸੀ ਤੇ ਮੈਂ ਤੇ ਜਿਹੜਾ ਵਾ ਇਹ ਗੁਰੂ ਸਾਹਿਬ ਦੇ ਉਹ ਵੇਖੋ ਦੁੱਖ ਭੰਜਨ ਬੇਰੀ ਦੇ ਜਾ ਕੇ ਇਸ਼ਨਾਨ ਕਰਕੇ ਟੋਭੇ ਲਾ ਕੇ ਮੈਂ ਜਲ ਛਕ ਕੇ ਤੇ ਮੈਂ ਪੂਰੇ ਕਰ ਲੈਣੇ। ਮਤਲਬ ਭਾਵਨਾ ਮਨ ਦੇ ਵਿੱਚ ਇਹ ਨਹੀਂ ਰੱਖਦਾ ਸੀ ਉਹ ਸਿੰਘ। ਇਹਨਾਂ ਵੇਖੋ ਉਹ ਘੁਮਾ ਕੇ ਨਾ ਗਿਆ ਵੀ ਇਹ ਸ਼ਰਾਬ ਪੀਤੀ, ਉਹ ਵਿਚਾਰਾ ਕਿਤੇ ਸੈੱਲ ਘਟੇ ਦਾ ਬੁਖਾਰ ਬਹੁਤ ਜ਼ਿਆਦਾ ਸਿਰ ਨੂੰ ਚੜ ਗਿਆ, ਦਰਸ਼ਨ ਕਰਨ ਗਿਆ ਉਹ ਫਿਰ ਵੀ, ਤੇ ਉਹ ਸਿੰਘ ਜਿਹੜਾ ਵਾ ਨਾਲ ਫੜ ਕੇ ਲਿਆਉਂਦਾ ਤੇ ਡਿੱਗਦਾ ਆ ਕੇ ਤੇ ਜਿਹੜਾ ਆਪਣੇ ਬੈੱਡ ਤੇ ਡਿੱਗ ਪਿਆ। ਫਿਰ ਇਹਦਾ ਅਸੀਂ ਅਗਲੇ ਦਿਨ ਗਲੂਕੋਸ਼, ਫਿਰ ਰਿਪੋਰਟਾਂ ਵੀ ਜੱਗ-ਜ਼ਾਹਰ ਕੀਤੀਆਂ। ਗਲੂਕੋਸ਼ ਵੀ ਜਿਹੜਾ ਇਹਦਾ ਲਾਏ ਸੀ, ਜਿਹੜੇ ਉਹ ਫੋਟੋਆਂ ਵੀ ਜਿਹੜੀਆਂ ਵਿਖਾਈਆਂ ਗਈਆਂ ਵੀ ਆ ਵੇਖੋ ਇਹਨੂੰ ਉਸ ਟਾਈਮ ਜਿਹੜੀਆਂ ਫੋਟੋਆਂ ਜਿਹੜੀਆਂ ਇਹਦੀਆਂ ਲੱਥੀਆਂ ਗਲੂਕੋਸ਼ ਲਾਉਂਦੇ ਦੀਆਂ, ਇਹ ਸਾਰਾ ਅਸੀਂ ਜੱਗ-ਜ਼ਾਹਰ ਕੀਤਾ। ਪਰ ਇਸ ਚੀਜ਼ ਦਾ ਅਸੀਂ ਇੱਕ ਚੀਜ਼ ਦਾ ਸਭ ਤੋਂ ਵੱਡੀ ਇਹਨਾਂ ਦੀ ਗੱਲ ਕਰਦੇ ਕਿ ਵੇਖੋ ਕਿੱਡਾ ਤਕੜਾ ਇਹਨਾਂ ਦੇ ਦਿਮਾਗ ਦੇ ਵਿੱਚ ਚੀਜ਼ ਆਇਆ ਕਿ ਜਿਹੜਾ ਚੀਜ਼ ਹਮੇਸ਼ਾ ਹੀ ਜਿਹੜਾ ਬੰਦਾ ਆਪ ਕਰਦਾ ਹੋਵੇ ਨਾ, ਜੇ ਕਿਸੇ ਚੋਰ ਨੇ ਚੋਰੀ ਕੀਤੀ ਹੋਵੇ ਤੇ ਉਹਦੇ ਮਨ ਦੇ ਵਿੱਚ ਇਹੋ ਗੱਲ ਹੁੰਦੀ ਆ ਵੀ ਮੈਂ ਦੂਜੇ ਨੂੰ ਦਵਾ ਚੋਰ ਕਹਿਦਾ, ਕਿਤੇ ਮੈਨੂੰ ਨਾ ਕਹਦੇ। ਜੱਗ-ਜ਼ਾਹਰ ਜਿਹੜੀ ਆ ਗੱਲ ਇਹ ਕਰਦੇ ਹੀ ਵੀ ਗੱਲ ਕੋਈ ਕਰਦੇ ਹੀ ਵੀ ਖੋਸੇ ਨੇ ਜਿਵੇਂ ਸ਼ਰਾਬ ਪੀਤੀ ਹੈ, ਨਸ਼ਾ ਆ, ਹਾਂ, ਉਹਦੀ ਅਸੀਂ ਇਸ ਗੱਲ ਦਾ ਸਪਸ਼ਟੀਕਰਨ ਦਿੰਦੇ ਆ ਸੰਗਤ ਨੂੰ ਵੀ ਚਲੋ ਸਾਡੇ ਕਹਿਣੇ ਤੇ ਨਾ ਰਹੋ ਤੁਸੀਂ ਸੰਗਤੇ, ਤੁਸੀਂ ਇੱਕ ਆਗੂ ਆਪਣੇ ਜਿਹੜੇ ਕੌਮ ਦੇ, ਤੁਹਾਨੂੰ ਕੌਮ ਦੇ ਸੰਗਤੇ ਚੰਗੇ ਆਗੂ ਲੱਗਦੇ ਨੇ, ਉਹ ਆਗੂ ਆਪਣੇ 5 ਚੁਣੋ। 7 ਬੰਦੇ ਅਸੀਂ ਲੈਣ ਸਿਰ ਖੜ ਜਾਾਂਗੇ ਜਿਨ੍ਹਾਂ ਦੀ ਉਦੋਂ ਮੌਕੇ ਤੇ 40 ਦਿਨ ਡਿਊਟੀ ਰਹੀ ਹੈ। ਠੀਕ ਹੈ, 7 ਬੰਦੇ ਇਹਨਾਂ ਦੇ ਚੁਣ ਲਾਂਗੇ ਅਸੀਂ। ਹਾਂ, 7 ਬੰਦੇ ਇਹਨਾਂ ਦੇ ਚੁਣ ਕੇ ਡ੍ਰੌਪ ਟੈਸਟ ਕਰਵਾ ਲਓ। ਡੋਪ ਟੈਸਟ ਜੀ ਉਹ ਕਰਵਾ ਲਓ। ਜਿਹੜੇ ਬੰਦੇ ਦੇ ਵਿੱਚ ਕੋਈ ਨੁਕਸ ਨਿਕਲਦਾ ਸ਼ਰਾਬ ਦਾ ਜਾਂ ਨਸ਼ੇ ਦਾ, ਹਾਂ, ਉਸ ਬੰਦੇ ਦੀ ਪਰਿਵਾਰ ਵੱਲੋਂ ਲਿਖਤ ਕਰਵਾ ਲਓ। ਠੀਕ ਹੈ, ਸਾਡੀ ਵੀ ਲਿਖਤ ਕਰਵਾ ਲਓ। ਉਹਦਾ ਮੌਕੇ ਦੇ ਸਿਰ ਅਸੀਂ ਲਾਵਾਂਗੇ ਜੇ ਉਹਨਾਂ ਦਾ ਕੋਈ ਗਲਤ ਨਿਕਲਿਆ। ਅੱਛਾ, ਤੇ ਜੇ ਕੋਈ ਸਾਡਾ ਸੱਤਾ ਚੋਂ ਗਲਤ ਨਿਕਲਿਆ ਤੇ ਇਹ ਸਿਰ ਲਾ ਦੇਣ। ਓਕੇ, ਇਹ ਕੋਈ ਫੈਸਲਾ ਕੋਈ ਜ਼ਿਆਦੀ ਆਪਾਂ ਗੱਲ ਜਾਂ ਸਪਸ਼ਟੀਕਰਨ ਆਪਣੇ ਨਹੀਂ ਦਿੰਦੇ ਅਸੀਂ। ਹਾਂ, ਅਸੀਂ ਇੱਕ ਗੱਲ ਇੱਕ ਪੰਥ ਦੇ ਸਿਰ ਤੇ ਰੱਖ ਦਿੰਨੇ ਆ ਜੀ ਵੀ ਕੌਮ ਫੈਸਲਾ ਕਰੇ। ਜੀ 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 ਜੀ, ਇਹ ਕੌਮ ਫੈਸਲਾ ਕਰ ਲੇ ਵੀ ਇਸ ਚੀਜ਼ ਦਾ ਆਪੇ ਹੀ ਕਲੀਅਰ ਹੋ ਜਾਣਾ। ਸਾਨੂੰ ਤਾਂ ਭਾਈ ਸਾਹਿਬ ਪਤਾ ਨਹੀਂ ਕਿੰਨੇ ਬੰਦੇ ਐਸੇ ਤੇ ਸ਼ਰਮ ਦੇ ਮਾਰੇ ਅੰਮ੍ਰਿਤਸਰ ਹੀ ਰਹਿੰਦੇ, ਇਹਨਾਂ ਦੇ ਲਾਗੇ ਰਹਿੰਦੇ ਆ, ਗੁਰੂ ਘਰ ਰੋਜ਼ ਜਾਂਦੇ ਉੱਥੇ ਹੀ ਦਰਬਾਰ ਸਾਹਿਬ, ਪਤਾ ਨਹੀਂ ਕਿੰਨੇ ਬੰਦੇ 70% ਬੰਦੇ ਜਿਹੜੇ ਇਹਨਾਂ ਦੇ ਰਾਤ ਨੂੰ ਠੇਕਿਆਂ ਦੇ ਹੁੰਦੇ ਆ। ਅੱਛਾ, 70% ਬੰਦੇ ਮੀਟ ਖਾ। ਪਰ ਅਸੀਂ ਇਸ ਚੀਜ਼ ਤੇ ਮਰ ਜਾਂਦੇ ਆ ਕਿ ਜੇ ਇਹਨਾਂ ਨੂੰ ਜੱਗ-ਜ਼ਾਹਰ ਕਰੀਏ ਹਾਂ ਤਾਂ ਵੀ ਤੇ ਉਹ ਸਾਡੇ ਹੀ ਸਿਰ 'ਚ ਸਵਾਹ ਪੈਂਦੀ ਫਿਰ ਕੌਮ ਦੇ ਹੀ ਵੀ ਕੀ ਇਹਨਾਂ ਨੂੰ ਅਸੀਂ ਕੀ ਕਹੀਏ। ਆ ਜਿਹੜਾ ਆਪਣਾ ਇਹਨੂੰ ਕੀ ਕਹਿੰਦੇ, ਹਾਂ, ਇਹ ਵੀ ਇਹੋ ਕੰਮ ਕਰਦਾ ਜੀ। ਅੱਛਾ, ਹਾਂਜੀ, ਇਹ ਵੀ ਮੈਨੂੰ ਇਹਦੇ ਪਿੰਡੋਂ ਖਬਰ ਮਿਲੀ ਆ, ਇਹ ਬੰਬੀ ਤੇ ਜਾ ਕੇ ਕਿਸੇ ਦੇ ਨਾਲ ਛਕਦਾ ਰਿਹਾ। ਪਰ ਆਪਾਂ ਚਲੋ ਇਹ ਗੱਲ ਨਹੀਂ ਕਰਦੇ ਕਿਉਂਕਿ ਕਲੀਅਰ ਪ੍ਰੂਫ ਆਪਾਂ ਕੋਲ ਨਹੀਂ ਹੈਗਾ, ਪਰ ਆਪਾਂ ਇਹਨੂੰ ਉੱਥੇ ਵੇਚ ਲਿਆਵਾਂਗੇ ਡ੍ਰੌਪ ਟੈਸਟ ਤੇ। ਓਕੇ, ਉੱਥੇ ਕਲੀਅਰ ਹੋ ਜਾਊਗਾ ਵੀ ਸ਼ਰਾਬੀ ਅਸੀਂ ਜਾਂ ਤੁਸੀਂ ਜੋ। ਫਿਰ ਦੂਜੀ ਗੱਲ ਮੁੱਕਦੀ ਗੱਲ ਇੱਥੇ ਜੀ, ਦੂਜੀ ਗੱਲ ਕਰ ਲਓ। ਦੂਜੀ ਗੱਲ ਇਹ ਆ ਵੀ ਤੁਸੀਂ ਕਹਿੰਦੇ ਜੋ ਬੀਅਰ ਦੀਆਂ ਬੋਤਲਾਂ ਇਹਨਾਂ ਦੇ ਜਿੱਥੇ ਮੋਰਚਾ ਲਾਇਆ ਸੀ ਉੱਥੋਂ ਨਿਕਲੀਆਂ। ਹਾਂ, ਵਾਹ ਭਈ ਵਾਹ, ਸਿਕਿਉਰਿਟੀ ਗਾਰਡ ਹਜ਼ਾਰਾਂ ਨਾਲ ਲੱਗੇ ਤੁਹਾਡੇ, ਟਾਸਕ ਫੋਰਸ ਤੁਹਾਡੀ ਹਜ਼ਾਰਾਂ ਨਾਲ ਲੱਗੀ ਉੱਥੇ, ਪ੍ਰਸ਼ਾਸਨ ਉੱਥੇ ਅੰਦਰ ਕੋ ਬੋਤਲ ਲੈ ਕੇ ਪ੍ਰਸ਼ਾਸਨ 100 ਬੰਦਾ ਪ੍ਰਸ਼ਾਸਨ ਦਾ ਸਾਡੇ ਘਰੇ ਲੱਗਾ ਤੇ ਪੇਟੀਆਂ ਜਿਹੜੀਆਂ ਵਾ ਉੱਥੇ ਬੀਅਰ ਦੀਆਂ ਹੁੰਦੀਆਂ ਰਹੀਆਂ। ਇਹ ਕਿੱਥੇ ਸੀ? ਸੀਆਈਡੀ ਬਾਹਰ ਸੀ ਇੰਨੀ ਜ਼ਿਆਦੀ, ਇਹ ਕਿੱਥੇ ਸੀ? 2 ਕੈਮਰੇ ਸਾਡੇ ਮੋਰਚੇ ਦੇ ਉੱਤੇ ਲੱਗੇ। ਅਸੀਂ ਤਾਂ ਆਪਣਾ ਕੈਮਰਾ ਵੀ ਲਾ ਛੱਡਿਆ ਆਪਣੇ ਮੋਰਚੇ ਤੇ, ਅਸੀਂ ਤਾਂ ਆਪਣਾ ਕੈਮਰਾ ਲੈ ਕੇ ਵੀ ਲਾ ਛੱਡਿਆ। ਪਰ ਉਹ ਪਹਿਲੋਂ ਕੋਈ ਚਲੋ ਸਾਡੇ ਆਪਸੀ ਭਰਾਵਾਂ ਦੇ ਵਿੱਚ ਕੋਈ ਮਤਭਾਵ ਹੋ ਗਈ ਤੇ ਨਾ ਆਪਸੀ ਲਾਤਾ ਵੀ ਨਹੀਂ ਲਾਉਣਾ। ਫਿਰ ਦੂਜੀ ਗੱਲ ਆਪਾਂ ਸੀਸੀਟੀਵੀ ਕੈਮਰਿਆਂ ਦੀ ਕਰ ਲਈਏ। ਹੁਣ ਇੱਕ ਨਿੱਕੀ ਜੀ ਆਪਾਂ ਗੱਲ ਕਰ ਲਈਏ, ਬਾਹਰ ਦੇ ਕੈਮਰਿਆਂ ਦਾ ਤਾਂ ਆਪਾਂ ਨਾਂ ਲਿਆ ਵੀ ਜਿਹੜਾ
ਸਮੁੰਦਰੀ ਹਾਲ ਦੇ ਗੇਟ ਦੇ ਅੰਦਰ ਕੈਮਰੇ ਲੱਗੇ ਨੇ, ਉਹ ਵੀ ਇੱਕ ਵਾਰ ਕਲੀਅਰ ਕਰ ਉਹ ਲਓ, ਵੀ ਕਲੀਅਰ ਹੋ ਜਾਣਾ ਜੀ। ਕਿਉਂਕਿ ਜਿੱਥੋਂ ਸਾਡੇ ਕੇਸਾਂ ਨੂੰ ਧੂ ਕੇ ਉਹ ਬੂਹੇ ਤੋਂ ਲਿਆਂਦਾ, ਧੂ ਕੇ ਕੇਸਾਂ ਤੋਂ ਡਾਂਗਾ ਮਾਰਦੇ ਆਂਦਾ, ਤੇ ਸਾਡੇ ਕਕਾਰ ਰਾਜ ਰੁਲੇ, ਸਾਡੇ ਦਮਾਲੇ ਰਾਜ ਰਹਿ ਗਏ। ਮੈਨੂੰ ਦਮਾਲੇ ਨਹੀਂ ਮਿਲੇ, ਆਪਣੇ ਨਾਲ ਗੱਲ ਦਾ ਕੋਈ ਹਜੂਰੀਆ ਮਿਲਿਆ ਸਾਨੂੰ। ਹਾਂ, ਦਮਾਲੇ ਵੀ ਕਿਸੇ ਦਾ ਪਰਨਾ ਪਤਾ ਨਹੀਂ ਕਿਸ ਸਿੰਘ ਨੇ ਲਿਆ ਕੇ ਸਾਡੇ ਸਿਰ ਤੇ ਬੱਧਾ। ਸਾਡੇ ਕੇਸਾਂ ਦੇ ਕੰਗੇ ਦੇ ਕੜੇ ਵੀ ਜਿਹੜੇ ਆ, ਕੜੇ ਵੀ ਸਾਡੇ ਲਾਏ ਗਏ। ਕਿਉਂ ਕੜੇ ਕਿਉਂ ਲਾਤੇ? ਕੜਿਆਂ ਤੋਂ ਫੜ ਕੇ ਖਿੱਚਦੇ ਹੀ ਆ, ਉਹ ਕੜੇ ਆ ਕੜਿਆਂ ਤੋਂ ਫੜ ਕੇ ਖਿੱਚਦੇ। ਭਲਾ ਹੋ ਜੇ ਭਾਵੇਂ ਗੁੱਟ ਨਿਕਲ ਜਾਏ। ਹਾਂਜੀ ਹਾਂਜੀ, ਗੁੱਟ ਕੱਢਦੇ ਮੇਰੇ ਤਾਂ ਦੋਵੇਂ ਲਮਕੇ ਸੀ ਇਸ ਤਰ੍ਹਾਂ ਜੀ। ਮੇਰੇ ਤਾਂ ਪਾਣੀ ਨਹੀਂ, ਅੱਜ ਵੀ ਮੇਰਾ ਜਿਹੜਾ ਇਸ਼ਨਾਨ ਪਾਣੀ ਆ ਜਿਹੜਾ ਉਹ ਸਿੰਘ ਨਹੀਂ ਕਰਾਉਂਦੀ ਆ, ਪ੍ਰਸ਼ਾਦਾ ਪਾਣੀ ਵੀ ਉਹ ਸਿਖਾਉਂਦੀ ਆ। ਹੁਣ ਆ ਕੇ ਕੱਲ ਪਰਸੋਂ ਦਾ ਮੈਂ ਜਿਹੜਾ ਥੋੜਾ ਜਿਹਾ ਹੱਥੇ ਲੱਗਿਆ ਤੇ ਮੈਂ ਛਕਣ ਲੱਗਾ ਜੀ। ਇੱਥੇ ਦਰਸ਼ਕੋ ਮੈਂ ਤੁਹਾਡੇ ਨਾਲ ਕੁਝ ਕੁ ਵਿਚਾਰਾਂ ਦੀ ਸਾਂਝ ਕਰਨ ਲੱਗਾ ਵਾਂ। ਗੱਲ ਇਹ ਹੈ ਕਿ ਜੇ ਮੰਨ ਲਓ ਹਰਪ੍ਰੀਤ ਸਿੰਘ ਮਖੂ ਤੇ ਨਸ਼ੇ ਦਾ ਇਲਜ਼ਾਮ ਲੱਗਦਾ, ਤੇ ਹਰਪ੍ਰੀਤ ਸਿੰਘ ਮਖੂ ਇਹੀ ਕਹਿ ਸਕਦਾ ਨਾ ਵੀ ਜਿਸ ਬੰਦੇ ਨੇ ਇਲਜ਼ਾਮ ਮੇਰੇ ਤੇ ਲਾਇਆ ਉਹ ਵੀ ਆ ਜਾਵੇ ਤੇ ਇਧਰੋਂ ਮੈਂ ਵੀ ਚਲਾ ਜਾਵਾਂ, ਤੇ ਆਪਾਂ ਦੋਵੇਂ ਹੀ ਡੋਪ ਟੈਸਟ ਕਰਵਾ ਲੈਂਦੇ ਆ ਤੇ ਰਿਪੋਰਟ ਆਪਾਂ ਜਨਤਕ ਕਰ ਦਿੰਦੇ ਆ। ਆਪਣੇ ਆਪ ਪਤਾ ਲੱਗ ਜਾਏਗਾ ਕਿ ਇਹਨਾਂ ਦੋਹਾਂ ਦੇ ਵਿੱਚੋਂ ਕਿਹੜਾ ਐਸਾ ਸੱਜਣ ਹੈ ਜਿਹੜਾ ਨਸ਼ਾ ਕਰਦਾ। ਆਹੀ ਹੁੰਦਾ ਨਾ ਨਿਆਂ ਤੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਸ਼ਿਆਂ ਦੀ ਗੱਲ ਚੱਲੀ ਵੀ ਅੰਦਰ ਬੀਅਰ ਦੀਆਂ ਬੋਤਲਾਂ, ਇਹਦਾ ਮਤਲਬ ਹੁਣ ਗੱਲ ਬੜੀ ਕਲੀਅਰ ਹੋ ਗਈ ਵੀ ਫਿਰ ਇਹਦਾ ਮਤਲਬ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੋਈ ਵੀ ਬੀਅਰ ਲੈ ਕੇ ਚਲਾ ਜਾਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਮਰੇ, ਏਡਾ ਵੱਡਾ ਸੁਰੱਖਿਆ ਸਿਸਟਮ ਫਿਰ ਜ਼ੀਰੋ ਹੋ ਗਿਆ ਵੀ ਅੰਦਰ ਸ਼ਰਾਬ ਦੀਆਂ ਪੇਟੀਆਂ ਚਲੀਆਂ ਗਈਆਂ, ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਤੇ ਪਤਾ ਉਦੋਂ ਲੱਗਾ ਜੇ ਖਾਲੀ ਬੋਤਲਾਂ ਤੋਂ। ਨੰਬਰ 1। ਨੰਬਰ 2, ਵੀਰ ਦਾ ਕਹਿਣਾ ਇਹ ਹੈ ਕਿ 7 ਮੈਂਬਰੀ ਕਮੇਟੀ ਹੈ ਤੇ ਨਿਰਪੱਖ ਜਾਂਚ ਹੈ, ਇਹਦੇ ਵਿੱਚ ਤੇ ਕੋਈ ਦੋਰਾਮਾ ਨਹੀਂ। ਵੀਰ ਦਿਲਬਾਗ ਸਿੰਘ ਦਾ ਕਹਿਣਾ ਹੈ ਵੀ 7 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ 328 ਲਾਪਤਾ ਸਰੂਪਾਂ ਦੇ ਹਿਸਾਬ ਵਾਸਤੇ, ਉਹ ਕਹਿੰਦੇ ਕਿ ਸਾਡੀ 328 ਸਰੂਪਾਂ ਦਾ ਹਿਸਾਬ ਲੈਣ ਵਾਲੀ 7 ਮੈਂਬਰੀ ਕਮੇਟੀ, ਤੇ ਇਧਰੋਂ ਇਹਨਾਂ ਨੇ ਕਿਹਾ ਵੀ 7 ਮੈਂਬਰ ਅਸੀਂ ਉਹਨਾਂ ਦੇ ਆਪ ਨਾਮ ਦੱਸਾਂਗੇ ਵੀ ਆਹ ਜਿਹੜੇ ਮੇਨ ਨੁਮਾਇੰਦੇ ਨੇ ਇਹ ਲਏ ਜਾਣ, ਤੇ ਕਹਿੰਦੇ 14 ਜਣਿਆਂ ਦਾ ਡੋਪ ਟੈਸਟ ਕਰਵਾਇਆ ਜਾਵੇ, ਰਿਪੋਰਟ ਜਨਤਕ ਕੀਤੀ ਜਾਵੇ, ਤੇ ਕਹਿੰਦੇ ਜਨਤਕ ਰਿਪੋਰਟ ਦੇ ਆਧਾਰ ਦੇ ਉੱਪਰ 7 ਸਾਡੇ ਲਾਈਨ ਤੇ ਖਲੋਤੇ ਹੋਣਗੇ, 7 ਉਹਨਾਂ ਦੇ ਲਾਈਨ ਤੇ ਖਲੋਤੇ ਹੋਣਗੇ। ਤੇ ਵੀਰ ਦਾ ਕਹਿਣਾ ਹੈ ਵੀ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਹੈ, ਕਹਿਣ ਲੱਗੇ ਜੇ ਉਧਰੋਂ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਸਾਡਾ ਬੰਦਾ ਧੌਣ ਲਾਵੇਗਾ, ਜੇ ਇਧਰੋਂ ਕੋਈ ਦੋਸ਼ੀ ਪਾਇਆ ਜਾਂਦਾ ਹੈ ਤੇ ਵੀਰ ਕਹਿੰਦੇ ਵੀ ਉਹਨਾਂ ਨੂੰ ਪੂਰਾ ਹੱਕ ਹੈ ਵੀ ਧੌਣ ਲਾ ਸਕਦੇ ਨੇ ਸਾਡੀ। ਹੁਣ ਇਹਦੋਂ ਵੱਡਾ ਨਿਆਂ ਕੀ ਹੋ ਸਕਦਾ ਹੈ? ਸੰਗਤ ਜੀ, ਕੁਝ ਗੱਲਾਂ ਸਾਨੂੰ ਆਪਣੇ ਤਰਕ ਦੇ ਵਿੱਚੋਂ, ਵਿਵੇਕ ਦੇ ਵਿੱਚੋਂ, ਲੌਜਿਕ ਦੇ ਵਿੱਚੋਂ ਵੀ ਕੱਢਣੀਆਂ ਪੈਣੀਆਂ ਨੇ ਕਿ ਜੇ ਇਹ ਬੰਦੇ ਗਲਤ ਨੇ, ਉਹ ਤੇ ਕਹਿ ਰਹੇ ਨੇ ਕਿ ਭਾਈ ਇਲਜ਼ਾਮ ਲਾਉਣ ਤੋਂ ਪਹਿਲਾਂ ਆ ਕੰਮ ਹੀ ਕਰ ਲਵੋ। ਵੀਰ ਜੀ, ਜਿਵੇਂ ਤੁਸੀਂ ਗੱਲ ਦੱਸੀ ਹੈ ਵੀ ਨਸ਼ਿਆਂ ਦਾ ਇਲਜ਼ਾਮ ਵੀ ਲੱਗ ਗਿਆ, ਫਿਰ ਕੁੱਟਮਾਰ ਵੀ ਕਰ ਲਈ, ਫਿਰ ਬਦਨਾਮੀ ਵੀ ਕਰ ਲਈ, ਮੋਰਚਾ ਵੀ ਚੁਕਾਤਾ, ਤੇ 307 ਦਾ ਪਰਚਾ ਵੀ ਤੁਹਾਡੇ ਤੇ ਕਰਾਤਾ। ਹੁਣ ਲੋਕ ਪੁੱਛਦੇ ਵੀ ਇਹਨਾਂ ਨੂੰ ਪੁੱਛੋ ਹੁਣ ਗਾਹਾਂ ਕੀ ਕਰਨਾ ਹੈ। ਬਿਲਕੁਲ ਭਾਈ ਸਾਹਿਬ, ਗੱਲ ਇਸ ਤਰ੍ਹਾਂ ਵੇਖੋ, 307 ਦਾ ਪਰਚਾ ਤਾਂ ਕਿਸ ਤਰ੍ਹਾਂ ਵੀ ਨਹੀਂ ਬਣਦਾ ਜੀ। ਇਹ ਤਾਂ ਪ੍ਰਸ਼ਾਸਨ ਤੇ ਵੀ ਹੈਰਾਨ ਆ, ਅਸੀਂ ਇਹ ਪ੍ਰਸ਼ਾਸਨ ਨਾਲ ਲਾਇਆ ਗਿਆ ਜੀ ਵੀ 307 ਦਾ ਪਰਚਾ ਨਾ ਤਾਂ ਕਿਸੇ ਨੇ ਉੱਥੇ ਗੋਲੀ ਚਲਾਈ, ਨਾ ਕੋਈ ਉਹਨਾਂ ਦੇ ਸਿਰ ਤੇ ਵਾਰ ਹੋਇਆ, ਨਾ ਕਿਸੇ ਦਾ ਗੁੱਟ ਵੱਢਿਆ ਗਿਆ, ਹਾਂ, ਨਾ ਕਿਸੇ ਤੇ ਕੋਈ ਨੁਕਸਾਨ ਇਹੋ ਜਿਹਾ ਹੋਇਆ ਵੀ ਜਿਹੜਾ 307 ਲੱਗਣ ਵਾਲਾ ਹੈ। ਇਹ ਮੈਨੂੰ ਇਸ ਗੱਲ ਦੀ ਅਜੇ ਸਮਝ ਨਹੀਂ ਲੱਗਾ ਵੀ ਜਿਹੜੀ ਸਾਡੇ 3 ਸੱਟਾਂ ਲੱਗੀਆਂ, ਗੁੱਟ ਸਿੱਧੇ ਨਹੀਂ ਹੋਏ, ਤੇ ਸਾਡੀਆਂ ਜਿਹੜੀਆਂ ਜਦੋਂ ਉਹ ਸਾਡੇ ਵਾਰੀ ਆਈ ਤੇ ਸਾਡਾ ਜਿਹੜਾ ਵਾ ਕੋਈ ਵੀ ਪਰਚਾ ਜਿਹੜਾ ਵਾ ਇਹਨਾਂ ਕੋਈ ਨਹੀਂ। ਜੇ ਮੰਨ ਲਓ ਸਭ ਤੋਂ ਵੱਡੀ ਇੱਕ ਜਿਹੜਾ ਪਰਚਾ ਬਣਦਾ ਸੀ ਜਿਹੜਾ ਅਗਵਾ ਦਾ, ਜਿਹੜਾ ਅਗਵਾ ਕਰਕੇ ਕਿਡਨੈਪਿੰਗ ਦਾ ਬਣਦਾ ਸੀ, ਕਿਉਂਕਿ ਉਹ 1:30 ਵਜੇ ਦੇ 2 ਵਜੇ ਦੇ ਕਰੀਬ ਲੈ ਕੇ ਤੇ ਸਾਨੂੰ 6 ਵਜੇ ਛੱਡਿਆ। ਮੀਡੀਆ ਉਦੋਂ ਬਿਲਕੁਲ ਸਾਹਮਣੇ ਸੀ, ਮੀਡੀਆ ਦੇ ਵਿੱਚ ਅਸੀਂ 6 ਵਜੇ ਆਏ। ਅੱਛਾ, ਮਤਲਬ 3-4 ਘੰਟੇ ਜਿਹੜਾ ਵਾ ਸਾਨੂੰ ਪੂਰਾ ਅੰਦਰ ਜਿਹੜਾ ਵਾ ਇਹਨਾਂ ਬੰਦ ਕਰ ਛੱਡਿਆ, ਤੇ ਗਾਲਾਂ ਕੱਢਦੇ ਰਹੇ ਤੇ ਗਲਤ ਸ਼ਬਦ ਜਿਹੜੇ ਸਾਡੀਆਂ ਭੈਣਾਂ ਨੂੰ, ਧੀਆਂ ਨੂੰ। ਮੈਨੂੰ ਆਪਣਾ ਦੁੱਖ ਕੋਈ ਨਹੀਂ, ਮੈਂ ਅੱਜ ਵੀ ਕਹਿੰਦਾ, ਜਿਹੜੀ ਮੈਂ ਇਹਨਾਂ ਨੂੰ ਗੱਲ ਕਰਦਾ ਵਾ ਨਾ ਵੀ ਤੁਹਾਡਾ ਵਾਲ ਬੁਰੇ ਖਿਲਾਰੂ, ਮੈਂ ਤੁਹਾਡਾ ਹਾਲ ਉਹ ਕਰੂੰਗਾ ਵੀ ਯਾਦ ਪਿਆ ਕਰੋਗੇ ਵੀ ਤੁਹਾਨੂੰ ਸੰਗਤ ਦੇ ਗਾਲਾਂ। ਮੈਨੂੰ ਉਹਨਾਂ ਭੈਣਾਂ ਦਾ ਤਾਂ ਬਜ਼ੁਰਗਾਂ ਨੂੰ ਜਿਹੜੀਆਂ ਵੱਜੀਆਂ ਨਾ, ਇਹਨਾਂ ਗੰਦੀਆਂ ਗਾਲਾਂ ਭਾਈ ਸਾਹਿਬ ਇੰਨੀਆਂ ਕੱਢੀਆਂ ਕਿ ਮੈਥੋਂ ਬਰਦਾਸ਼ਤ ਨਹੀਂ ਹੋਣਦੀਆਂ ਅੱਜ ਵੀ ਉਹ ਰੱਬ ਵਰਗੀਆਂ ਰੂਹਾਂ ਭੈਣਾਂ ਸਾਡੀਆਂ ਉਦਾਂ ਦੀਆਂ ਮੋਰਚੇ 'ਚ ਅੱਜ ਅੱਖਾਂ 'ਚ ਅਥਰੂ ਆ ਜਾਂਦੇ ਸਾਡੇ ਇਹ ਚੀਜ਼ਾਂ ਵੇਖ ਕੇ ਵੀ ਇੰਨੀ ਗੰਦੀ ਦਮਾਲੇ ਵਾਲੀਆਂ ਭੈਣਾਂ ਸਾਡੀਆਂ, ਤੇ ਐਡੀ ਗੰਦੀ ਸ਼ਬਦਾਵਲੀ। ਤੇ ਉਹ ਗੱਲ ਦੁੱਕੀ ਦੀ ਭਈ ਰਾਣੀ ਨਹੀਂ, ਉਹ ਥੁੱਕ ਕੇ ਕਹਿੰਦੀ ਵੀ ਚੱਟ ਉਹਨੂੰ ਸਿੰਘਣੀ ਨੂੰ। ਅੱਖਾਂ 'ਚ ਅਥਰੂ ਆ ਜਾਂਦੇ ਵੀ ਮੈਂ ਤੁਹਾਨੂੰ ਗੱਲ ਨਹੀਂ ਕਰ ਸਕਦਾ। ਬਜ਼ੁਰਗ ਸਤਿਕਾਰਯੋਗ ਸਾਡੇ ਜਿਨ੍ਹਾਂ ਨੂੰ ਕੇਸਾਂ ਤੋਂ ਫੜ ਧੂ ਕੇ ਕਕਾਰ ਰੋਲੇ, ਉਹਨਾਂ ਦੇ ਉਹ ਹਾਲ ਕੀਤਾ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਉਹਨਾਂ ਚੀਜ਼ਾਂ ਦਾ ਜਿਹੜਾ ਮੈਨੂੰ ਉਹ ਬਾਰ-ਬਾਰ ਆਉਂਦਾ, ਮੈਨੂੰ ਆਪਣਾ ਨਹੀਂ ਆਉਂਦਾ। ਤੇ ਇੱਕ ਜਿਹੜਾ 328 ਸਰੂਪ ਆ,
ਇਹ ਸੁਨਾਹ ਵੀ ਇਹਨਾਂ ਦੇ ਆਏ ਮੈਨੂੰ 2-3 ਕਿ ਆਪਾਂ ਫੈਸਲਾ ਕਰ ਲਈਏ। ਹਾਂ, ਕਹਿੰਦੇ ਵੀ ਦਿਲਬਾਗ ਸਿੰਘ ਨਾਲ ਗੱਲ ਕਰੋ, ਆਪਾਂ ਫੈਸਲਾ ਕਰ ਲਈਏ। ਕੌਣ ਕਹਿੰਦੇ? ਇਹ ਆਏ ਸੁਨਾਹ ਕਿਤੇ ਇਹਨਾਂ ਦੇ ਅੱਛਾ, ਆਗੂਆਂ ਦੇ। ਇਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡਾ ਤੁਹਾਡੇ ਨਾਲ ਫੈਸਲਾ ਕੋਈ ਵੱਟ ਬੰਨੇ ਦਾ ਵਿਹਾਰ ਨਹੀਂ, ਕੋਈ ਵੱਟ ਬੰਨੇ ਕਰਕੇ ਅਸੀਂ ਨਹੀਂ ਬੈਠੇ, ਕੋਈ ਕੰਧ ਤੁਹਾਡੇ ਨਾਲ ਸਾਂਝੀ ਜਾਂ ਉਹਦੀ ਇੱਟ ਦੀ ਲੜਾਈ ਨਹੀਂ ਸੀ। ਅਸੀਂ ਆਪਣੇ ਪਿਓ ਕਰਕੇ ਬੈਠੇ ਹਾਂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ। ਉਹਦਾ ਸਾਨੂੰ ਅੱਜ ਵੀ ਹਿਸਾਬ ਦੇ ਦਿਓ, ਦੋਸ਼ੀਆਂ ਨੂੰ ਸਜ਼ਾ ਦੇ ਦਿਓ। ਤੁਹਾਡੇ ਨਾਲ ਸਾਡਾ ਫੈਸਲਾ ਵਾ, ਇਹਨਾਂ ਪਰਚਿਆਂ ਦੀ ਤਾਂ ਗੱਲ ਹੀ ਕੋਈ ਨਹੀਂ। ਇਹ ਤਾਂ ਭਾਵੇਂ ਤੁਸੀਂ ਸਾਡੇ ਤੇ 307 ਲਵਾ ਦਿਓ, ਭਾਵੇਂ 407 ਲਵਾ ਦਿਓ, ਜੋ ਮਰਜ਼ੀ ਲਵਾਈਓ, ਸਾਨੂੰ ਉਹਦੀ ਪਰਵਾਹ ਕੋਈ ਨਹੀਂ। ਉਹਨਾਂ ਪਰਚਿਆਂ ਦੀ ਜਾਂ ਇਹਨਾਂ ਸੱਟਾਂ ਦੀ ਕੋਈ ਸਾਨੂੰ ਪਰਵਾਹ ਨਹੀਂ, ਇੱਕ ਭੋਰਾ ਜਿੰਨੀ ਵੀ ਜੀ। ਤੇ ਨਾ ਕੋਈ ਹਿਰਦੇ ਦੇ ਵਿੱਚ ਦੁੱਖ ਹੈ। ਕਿਉਂ? ਕਿਉਂਕਿ ਅਸੀਂ ਪਿਓ ਖਾਤਰ ਗਏ ਸਾਂ, ਬਿਲਕੁਲ ਪਿਓ ਖਾਤਰ ਪਈਆਂ, ਪਿਓ ਖਾਤਰ ਵੱਢੇ ਗਏ, ਪਿਓ ਖਾਤਰ ਅਸੀਂ ਅੰਦਰ ਵੀ ਚੱਲ ਜਾਾਂਗੇ ਤੇ ਸਾਡਾ ਉਹ ਜਿਹੜਾ ਅੰਦਰ ਜਾਣਾ ਵੀ ਆ, ਜਿੰਨੇ ਦਿਨ ਵੀ ਅੰਦਰ ਲਾਵਾਂਗੇ ਤੇ ਅਸੀਂ ਪਿਓ ਦੀ ਹਾਜ਼ਰੀ ਦੇ ਵਿੱਚ ਲਾਵਾਂਗੇ। ਕਿਉਂਕਿ ਸਾਨੂੰ ਉਸ ਚੀਜ਼ ਦਾ ਮਾਣ ਆ, ਫਖਰ ਆ। ਜੇ ਅੰਦਰ ਵੀ ਜਾਂਦੇ ਤਾਂ ਅਸੀਂ ਫਖਰ ਕਰਕੇ ਜਾਂਦੇ ਹਾਂ। ਮੈਂ ਤਾਂ ਕਹਿੰਦਾ, ਮੈਂ ਆਪ ਕਹਿੰਦਾ, ਬਿਲਕੁਲ ਜੀ। ਮੈਂ ਤਾਂ ਅੱਜ ਵੀ ਤਾਂ ਠੋਕ ਠੋਕ ਕੇ ਕਹਿੰਦਾ, ਇਹਨਾਂ ਵੀਰਾਂ ਦੀ ਕੋਈ ਗਲਤੀ ਨਹੀਂ ਮੇਰੀ ਆ। ਜਿਹੜਾ ਮੇਰੇ ਤੇ ਵਾਰ ਕੀਤਾ ਮੈਂ ਤਾਂ ਵਾਰ ਕੀਤਾ, ਮੇਰੇ ਤੇ ਕਪਾ ਦੋ ਜੋ ਪਾਉਂਦਾ, ਮੈਨੂੰ ਪਰਵਾਹ ਕੋਈ ਨਹੀਂ ਇਸ ਚੀਜ਼ ਦੀ। ਕਿਉਂਕਿ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਗਏ ਸਾਂ, ਗੁਰੂ ਸਾਹਿਬ ਦੇ ਕਰਕੇ ਹੀ ਅਸੀਂ ਗਏ ਸਾਂ। ਇਹ ਜੋ ਮਰਜ਼ੀ ਝੂਠੇ ਅੰਜਾਮ ਵੇਖੋ, ਇਹਨਾਂ ਪਾਪੀ ਕਹਿੰਦੇ ਹੁੰਦੇ ਆ, ਜਿਹੜਾ ਝੂਠਾ ਹੁੰਦਾ ਇੱਕ ਝੂਠ ਨੂੰ ਛੁਪਾਉਣ ਕਰਕੇ ਕਈ ਝੂਠ ਨੂੰ ਹੋਰ ਮਾਰਨੇ ਪੈਂਦੇ। ਜੇ 84 ਦੇ ਵਿੱਚ ਇੱਥੇ ਰਿਕਾਰਡ ਚੋਰੀ ਹੋਇਆ, ਹਾਂ, ਮਹਾਰਾਜ ਦੇ ਹੱਥ ਲਿਖਤ ਸਰੂਪ ਪੋਥੀਆਂ ਸੈਣ ਸਤਿਗੁਰ ਦੇ, ਉਹ ਕਿੱਥੇ ਗਏ? ਜਿਹੜਾ ਇਤਿਹਾਸ ਸੀ ਸਾਡਾ ਇੱਥੋਂ ਜਿਹੜਾ ਚੋਰੀ ਕੀਤਾ ਉਹ ਕਿੱਥੇ ਗਿਆ? ਇਹ ਤਾਂ ਅਦਾਲਤ ਚੋਂ ਲੈ ਆਏ ਆ ਜੀ, 3 ਵਾਰ ਕਰਕੇ ਲੈ ਆਏ ਆ। ਹੁਣ ਜੇ ਉਹ ਵੀ ਇਹਨਾਂ ਨੂੰ ਪੁੱਛੀਏ ਤੇ ਇਹਨਾਂ ਕਹਿਣਾ ਇਹ ਦੋਸ਼ੀ, ਇਹਨਾਂ ਨੂੰ ਡਾਂਗ ਫਿਰ ਉਹਨਾਂ ਦੇ ਮੂੰਹ ਤੇ ਡਾਂਗਾ ਮਾਰੋ। ਗੱਲ ਤਾਂ ਭਾਈ ਸਾਹਿਬ ਉੱਥੇ ਹੀ ਆ ਜਾਂਦੀ ਫਿਰ ਵੀ ਜੇ ਕੋਈ ਇਹਨਾਂ ਨੂੰ ਪੁੱਛੇ ਉਹ ਦੋਸ਼ੀ, ਤੇ ਜੇ ਕੋਈ ਇਹਨਾਂ ਦੇ ਤਲਵੇ ਚੱਟੇ, ਇਹਨਾਂ ਦੇ ਜੋੜੇ ਝਾੜੇ, ਉਹ ਇਹਨਾਂ ਦਾ ਸੱਜਣ। ਗੱਲ ਤਾਂ ਸਿੱਧੀ ਆ ਭਾਈ ਸਾਹਿਬ। ਮੈਂ ਤਾਂ ਇਹੋ ਹੀ ਸਾਰੀ ਸੰਗਤ ਅੱਗੇ ਬੇਨਤੀ ਕਰਦਾ ਕਿ ਜੇ ਤਾਂ ਅਸੀਂ ਉੱਥੇ ਗਲਤ ਬੈਠੇ ਸੀ ਤਾਂ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਉਸ ਚੀਜ਼ ਨੂੰ ਗਲਤ ਸਾਬਤ ਕਰ ਦਿਓ। ਅਸੀਂ ਕੌਮ ਦੇ ਦੇਣਦਾਰ ਹਾਂ। ਜੇ ਇੱਕ ਆਪਾਂ ਸਤਿਗੁਰ ਲੈਣ ਜਾਂਦੇ ਹਾਂ ਤੇ ਜਦੋਂ ਆਪਣੇ ਘਰ ਆਪਾਂ ਸਤਿਗੁਰ ਦੇ ਚਰਨ ਪਾਉਣੇ ਹੁੰਦੇ ਤਾਂ ਘੱਟ ਤੋਂ ਘੱਟ ਇਹੋ ਤਖਤ ਤੋਂ ਐਲਾਨ ਆ ਕਿ 5 ਬੰਦੇ ਤੋਂ ਥੱਲੇ ਬੰਦਾ ਨਹੀਂ ਜਾਣਾ ਜੀ। ਤੇ 417 ਸਰੂਪਾਂ ਨੂੰ ਸਮਝਿਆ ਹੀ ਕੱਖ ਨਾ। ਜਿਹੜੇ ਕੈਨੇਡਾ ਦੇ ਵਿੱਚ ਕੱਲ ਤੇ 417 ਸਰੂਪ ਬੀੜੀ ਵਾਲਿਆਂ ਦੇ ਹਵਾਲੇ ਕਰਦੇ, ਤੰਬਾਕੂ ਵਾਲਿਆਂ ਦੇ, ਪਤਾ ਨਹੀਂ ਪਾਨ ਥੁੱਕਦੇ ਰਹੇ ਬੱਸਾਂ ਤੇ ਜਾਂ ਕੀ ਕਰਦੇ ਰਹੇ ਰਸਤੇ 'ਚ। ਕਿੰਨਾ ਨਰਾਦਰ ਸਤਿਗੁਰ ਦਾ ਹੋਇਆ ਹੈਗਾ। ਇਹ ਮਿੰਨੀ ਪਾਰਲੀਮੈਂਟ ਸਾਡੀ, ਇਹਨਾਂ ਇੱਕ ਪੈਸਾ ਹੀ ਮੁੱਖ ਰੱਖ ਲਿਆ। ਇੱਕ ਆਮ ਬੰਦਾ ਜੇ ਕਿਤੇ 2 ਬੰਦੇ ਤੁਰੇ ਜਾਂਦੇ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਤੇ ਇਹਨਾਂ ਨੂੰ ਜਾਂ ਲਿਆਓ, ਇਹਨਾਂ ਨੂੰ ਆਹ ਸੇਵਾ ਲਾ ਦਿਓ, ਇਹਨਾਂ ਨੂੰ ਆਹ ਲਾ ਦਿਓ। ਦੂਜੀ ਗੱਲ ਮੈਂ ਇੱਕ ਹੋਰ ਕਰਨੀ ਚਾਹੁੰਦਾ ਵੀ ਜਦੋਂ ਤੇ ਸਤਿਗੁਰ ਦੀ ਗੱਲ ਆਈ, ਸਤਿਗੁਰ ਦੇ ਸਰੂਪ ਦੀ ਗੱਲ ਆਈ, ਉਦੋਂ ਤੇ ਇਹ ਸ਼੍ਰੋਮਣੀ ਕਮੇਟੀ ਪੁਲਿਸ ਦੇ ਹਵਾਲੇ ਨਹੀਂ ਕਰ ਸਕਦੀ, ਪਰਚਾ ਨਹੀਂ ਕਰਾ ਸਕਦੀ। ਤੇ ਜਦੋਂ ਆਪਣੇ ਤੇ ਗੱਲ ਆਈ ਉਦੋਂ 307 ਦੇ ਪਰਚੇ ਲਵਾਏ ਆ ਸ਼ਰੇਆਮ। ਉਦੋਂ ਦੂਜੇ ਦਿਨ 307 ਦੇ ਪਰਚੇ ਲੱਗ ਜਾਂਦੇ ਆ। ਉਦੋਂ ਪ੍ਰਸ਼ਾਸਨ ਵੀ ਕਹਿੰਦਾ ਵੀ ਅਸੀਂ ਕਾਰਵਾਈ ਨਹੀਂ ਕਰ ਸਕਦੇ ਇਹਨਾਂ ਦੇ ਪੁੱਛੇ ਤੋਂ ਬਗੈਰ, ਕਿਉਂਕਿ ਇਹ ਜਿਹੜੀ ਆ ਆਪਣੀ ਦਾੜੀ ਆ ਇਹ ਇਹਨਾਂ ਦੇ ਹੱਥ 'ਚ ਫੜਾ ਦੇਣੀ। ਕੀ ਹੋਣਾ? ਹਾਂ, ਹੁਣ ਨਹੀਂ ਫੜਾਈ ਗੁਰਸਿੱਖਾਂ ਦੀ ਦਾੜੀ। ਉਹ ਗੁਰਸਿੱਖਾਂ ਦੀ ਦਾੜੀ ਜਿਹੜੀ ਆ ਅੱਜ ਨਹੀਂ ਹੱਥ 'ਚ ਫੜਾਈ। ਕੀ ਗੁਰੂ ਵੱਡਾ ਜਾਂ ਤੁਸੀਂ ਵੱਡੇ ਜੋ? ਸਾਡਾ ਪਿਓ ਵੱਡਾ ਹੈ ਜਾਂ ਇਹ ਵੱਡੇ ਸੀ? ਇੱਕ ਹੋਰ ਸਾਨੂੰ ਜਾਣਕਾਰੀ ਦਿਓ। ਜਿਵੇਂ ਪਿਛਲੇ ਕੁਝ ਦਿਨਾਂ ਦੇ ਉੱਪਰ ਮੈਂ ਦੇਖ ਰਿਹਾ ਵਾਂ ਸਤਕਾਰ ਕਮੇਟੀ ਦੇ ਪ੍ਰਤੀ ਬੜਾ ਨੈਗੇਟਿਵ ਪ੍ਰਚਾਰ ਹੋ ਰਿਹਾ ਆ। ਕਿਹਾ ਜਾ ਰਿਹਾ ਵੀ ਇਹਨਾਂ ਨੇ ਦੇਖੋ ਜੀ ਗੁਰੂ ਘਰ ਦੇ ਵਿੱਚ ਬੇਅਦਬੀ ਕੀਤੀ ਹੈ, ਇਹਨਾਂ ਨੇ ਬੇਹਰਮਤੀਆਂ ਕੀਤੀਆਂ ਨੇ, ਇਹਨਾਂ ਨੇ ਪਾਵਨ ਸਥਾਨ ਸੀ ਉਹਦੀ ਬਦਨਾਮੀ ਕੀਤੀ ਹੈ, ਇਹਨਾਂ ਨੇ ਸਾਡੇ ਬੰਦੇ ਵੱਢ ਦਿੱਤੇ ਗਏ ਨੇ ਜੀ। ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਡਿਫੈਂਸ ਵਾਸਤੇ ਕਿਰਪਾਨ ਚਲਾਈ ਹੈ। ਸੈਕੰਡ ਤੁਸੀਂ ਕਹਿੰਦੇ ਹੋ ਵੀ ਜੇ ਮੈਂ ਦੋਸ਼ੀ ਹਾਂ ਤੇ ਮੈਂ ਦੋਸ਼ੀ ਹਾਂ, ਬਾਕੀ ਸਾਡੇ ਕਿਸੇ ਨੇ ਹੱਥ ਹੀ ਨਹੀਂ ਚਲਾਇਆ, ਉਹਨਾਂ ਦੇ ਉੱਪਰ ਕਿਉਂ ਮੇਰੇ ਤੇ ਕਾਰਵਾਈ ਹੋਵੇ? ਦੂਜੇ ਨੰਬਰ ਦੇ ਉੱਪਰ ਜੇ ਉਹ ਨਸ਼ੇ ਦਾ ਲਾਉਂਦੇ ਨੇ, ਤੁਸੀਂ ਕਹਿੰਦੇ ਵੀ ਡੋਪ ਟੈਸਟ ਕਰਵਾ ਲਓ, ਬਿਲਕੁਲ ਜੀ ਕਲੀਅਰ ਹੋ ਜਾਏਗਾ। ਬਿਲਕੁਲ ਜੀ। ਤੇ ਜੇ ਮੰਨ ਲਓ ਇਸ ਤਰੀਕੇ ਦਾ ਪ੍ਰਚਾਰ ਸੰਗਤ ਦੇ ਵਿੱਚ ਜਿਵੇਂ ਹੋ ਗਿਆ ਤੁਹਾਡੇ ਪ੍ਰਤੀ, ਬੜੇ ਲੋਕ ਜਿਹੜੇ ਨੇ ਹੋ ਸਕਦਾ ਉਸ ਪ੍ਰਚਾਰ ਰਾਹੀਂ ਨੈਗੇਟਿਵ ਹੋਏ ਹੋਣ ਤੁਹਾਡੇ ਪ੍ਰਤੀ, ਵੀ ਸ਼ਾਇਦ ਇਹਨਾਂ ਨੇ ਅੰਦਰ ਐਸਾ ਕੀਤਾ ਹੀ ਹੋਵੇਗਾ ਜਿਹੜੀ ਸ਼੍ਰੋਮਣੀ ਕਮੇਟੀ ਇਹ ਗੱਲ ਕਹਿ ਰਹੀ ਹੈ। ਬਿਲਕੁਲ ਜੀ। ਗੱਲ ਤੇ ਉਹੀ ਗੱਲ ਮੈਂ ਕਰਦਾ। ਫਿਰ ਦੂਜੀ ਇਹ ਸ਼ਰਾਬ ਦੀ ਤੇ ਚਲੋ ਆਪਾਂ ਕਲੀਅਰ ਕਰ ਹੀ ਦਿੱਤਾ ਇਹ ਚੀਜ਼ ਵੀ। ਦੂਜੀ ਗੱਲ ਮੈਂ ਕਰਦਾ ਵੀ ਇਹ ਆਂਦੇ ਵੀ ਜੀ ਈਸਰ ਸਹੁੰ ਦੀ ਰਿਪੋਰਟ ਦੇ ਆਧਾਰ ਤੇ ਗੱਲ ਕਰਨ, ਚਲੋ ਉੱਤੇ ਕਰ ਲੈਂਦੇ। ਅੱਛਾ, ਇਹ ਸਾਨੂੰ ਇਸ ਚੀਜ਼ ਦਾ ਜਵਾਬ ਦੇਣਾ ਵੀ ਈਸਰ ਸਹੁੰ ਵੀ ਇਹੋ ਸਵਾਲ ਦਾ ਜਵਾਬ ਪੁੱਛਦਾ ਰਿਹਾ ਇਹਨਾਂ ਨੂੰ ਵੀ ਜਿਹੜੇ ਸਤਿਗੁਰ ਦੇ ਸਰੂਪ ਗਏ ਕਿੱਥੇ ਕਿੱਥੇ। ਹਾਂ, ਉਹ ਤਾਂ ਕਲੀਅਰ ਅੱਜ ਨਹੀਂ ਹੋਏ ਇਹਨਾਂ ਕੋਲ।
ਇੱਕੋ ਗੱਲ ਕਰੀ ਜਾਂਦੇ ਨਾ ਭਾਈ ਸਾਹਿਬ ਵੀ ਵੇਚ ਕੇ ਉਹ ਜਿਹੜੇ ਸਤਿਗੁਰ ਦੀ ਉਹ ਪੇਮੈਂਟ ਨਹੀਂ ਜਮ੍ਹਾਂ ਕਰਾਈ, ਘੱਟ ਤੋਂ ਘੱਟ ਵੀ ਭਾਈ ਸਾਹਿਬ ਦੱਸੋ ਵੀ ਜਿਹੜਾ ਬੰਦਾ ਸਹੀ ਹੋਵੇਗਾ ਸਰੂਪ ਲੀਗਲ ਤਰੀਕੇ ਨਾਲ ਲੈ ਕੇ ਜਾਏਗਾ, ਬਿਲਕੁਲ ਜਿਹੜਾ ਜੀ। ਪ੍ਰੋਸੈਸ ਆ, ਬਿਲਕੁਲ ਇਹ ਤਾਂ ਮਤਲਬ ਕੋਈ ਗਲਤ ਬੰਦਾ ਹੀ ਸੀ ਨਾ, ਜਿਹੜਾ ਮਾਨ ਮਰਿਆਦਾ ਦੇ ਵਿੱਚ ਨਾ ਹੋਵੇਗਾ ਜਾਂ ਮਰਿਆਦਾ ਦੇ ਅਕੋਰਡਿੰਗ ਉਹਦੇ ਉੱਥੇ ਸਥਾਨ ਤੇ ਨਹੀਂ ਐਸਾ ਹੋਏਗਾ, ਉਹੀ ਵਿੰਗੇ ਟੇਢੇ ਰਾਹ ਤੋਂ ਨਹੀਂ ਜਾਏਗਾ ਨਾ। ਭਾਈ ਸਾਹਿਬ ਵੇਖੋ, ਸਭ ਤੋਂ ਵੱਡੀ ਗੱਲ, ਕੋਈ ਜਿਹੜੇ ਮਹਾਰਾਜ ਦੇ ਸਤਿਗੁਰ ਦੇ ਸਰੂਪ ਲਿਆਉਂਦੇ ਆ ਨਾ, ਉਹ ਬੰਦਾ ਕੋਈ ਵੀ ਅਣਜਾਣ ਨਹੀਂ। ਹਾਂ ਉਹਨੂੰ ਪਤਾ ਵਾ ਵੀ ਮੈਂ ਸਤਿਗੁਰ ਦਾ ਸਰੂਪ ਕਿਸ ਤਰ੍ਹਾਂ ਲਿਆਇਆ ਸ਼੍ਰੋਮਣੀ ਕਮੇਟੀ ਕੋ। ਜੀ। ਪਹਿਲਾਂ ਉਹ ਜਾਂਦੇ ਐਪਲੀਕੇਸ਼ਨ ਦਿੰਦੇ ਸਾਨੂੰ ਸਤਿਗੁਰ ਚਾਹੀਦਾ ਜਾਂ ਇੱਕ ਜਾਂ ਦੋ, ਫਿਰ ਉਹ ਕਹਿੰਦੇ ਵੀ ਜਾਓ ਸ਼੍ਰੋਮਣੀ ਕਮੇਟੀ ਆਪਣੇ ਇਲਾਕੇ ਦਾ ਜਿਹੜਾ ਮੈਂਬਰ ਹੈ ਤੁਹਾਡੇ ਉਹਦੇ ਕੋਲ ਲਿਖਾ ਕੇ ਲਿਆਓ। ਇੱਕ ਪ੍ਰੂਫ ਹੋ ਗਿਆ ਜੀ। ਦੂਜਾ ਪ੍ਰੂਫ ਆ ਕੇ ਫਿਰ ਉੱਥੇ ਦਿੱਤਾ ਜਾਂਦਾ ਵਾ। ਇੱਕ ਪ੍ਰੂਫ ਉੱਥੋਂ ਹੀ ਹੋ ਗਿਆ ਜਿੱਥੇ ਲੈ ਕੇ ਉਹ ਐਪਲੀਕੇਸ਼ਨ ਦਿੱਤੀ, ਇੱਕ ਫਿਰ ਜਿੱਥੋਂ ਸਤਿਗੁਰ ਤੁਰਦੇ ਨੇ ਜੀ। ਇੱਕ ਉੱਥੇ ਲਿਖਤ ਹੁੰਦੀ ਆ, ਇੱਕ ਲਿਖਤ ਫਿਰ ਆ ਕੇ ਗੇਟ ਕੀਪਰ ਤੋਂ ਹੁੰਦੀ ਆ, ਉਹ ਮੰਗਦਾ ਵਾ ਗੇਟ ਪਾਸ ਸਤਿਗੁਰ ਦਾ ਵੀ ਤੁਸੀਂ ਮਹਾਰਾਜ ਲੈ ਕੇ ਚੱਲੇ ਜਾਓ, ਲਿਆਓ ਕਿੰਨੇ ਸਤਿਗੁਰ ਲੈ ਕੇ ਚੱਲੇ ਜਾਓ। ਇੱਕ ਲਿਖਤ ਉਹਦੇ ਕੋਲ ਹੁੰਦੀ ਆ, ਇੱਕ ਲਿਖਤ ਜਿਹੜਾ ਬਾਸੋਂ ਗੱਡੀ ਖੜਦਾ ਸੀ ਨਾ, ਜਿਹੜਾ ਸਤਿਗੁਰ ਦੇ ਕੇ ਆਉਂਦਾ ਸੀ ਨਾ, ਸਤਿਗੁਰ ਨੂੰ ਬਿਰਾਜਮਾਨ ਕਰਕੇ ਆਉਂਦਾ ਸੀ, ਇੱਕ ਲਿਖਤ ਜਿਹੜੀ ਆ ਉਹਦੇ ਕੋਲ ਆ। 4-4 5-5 ਥਾਂ ਲਿਖਤਾਂ ਹੋਣ ਗੁਰੂ ਸਾਹਿਬ ਦੀਆਂ, ਤੇ ਇਹ ਬੰਦੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਮਹਾਰਾਜ ਦੇ ਸਰੂਪ ਗਏ ਕਿੱਥੇ। ਇਹ ਗੱਲ ਕੋਈ ਮੰਨਣ ਚਾਹੁੰਦੀ ਜੋ ਤੁਹਾਡੇ ਅੱਜ ਹੀ ਤੁਸੀਂ ਐਪਲੀਕੇਸ਼ਨ, ਮੈਂ ਆਪਣੇ ਤੌਰ ਤੇ ਗੱਲ ਨਹੀਂ ਕਰਦਾ ਜੀ, ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੀ ਸੰਗਤ ਲਿਆਉਂਦੀ ਰਹੀ ਮਹਾਰਾਜ ਦੇ ਸਰੂਪ ਸਤਿਗੁਰ ਦੇ ਜਾਂ ਲੈਣ ਜਾਣਾ ਵਾ ਅੱਜ ਵੀ, ਤੇ ਤੁਸੀਂ ਇਹ ਗੱਲ ਜ਼ਰੂਰ ਵੇਖਿਓ ਵੀ ਜਾਂਦੇ ਐਪਲੀਕੇਸ਼ਨ ਦਿੱਤਿਆਂ ਕਿ ਮਹਾਰਾਜ ਦਾ ਸਰੂਪ ਤੁਹਾਨੂੰ ਉਦੋਂ ਹੀ ਮਿਲ ਜਾਂਦਾ। ਪ੍ਰੈਕਟੀਕਲ ਕਰ ਲਓ, ਪ੍ਰੈਕਟੀਕਲ ਕਰ ਲਓ। ਘੱਟ ਤੋਂ ਘੱਟ ਭਾਈ ਸਾਹਿਬ 4-5 ਥਾਂ ਲਿਖਤ ਹੁੰਦੀ ਆ ਸਤਿਗੁਰ ਦੀ ਵੀ ਕਿੱਥੇ ਜਾ ਰਿਹਾ। ਇਹਨਾਂ ਦੀ ਜਿਹੜੀ ਕਮੇਟੀ ਆ, ਧਰਮ ਪ੍ਰਚਾਰਕ ਕਮੇਟੀ ਆ, ਜੇ ਕਿਸੇ ਨੇ ਤੁਸੀਂ ਘਰ ਖੜਨਾ ਜਾਂ ਮੈਂ ਘਰ ਖੜਨਾ ਜਾਂ ਕਿਸੇ ਗਰੀਬ ਗੁਰੂ ਘਰ ਜਾਣਾ ਵਾ, ਤੇ ਉਹਦਾ ਵੀ ਬਕਾਇਦਾ ਜਿਹੜੀ ਧਰਮ ਪ੍ਰਚਾਰ ਕਮੇਟੀ ਆ ਜਾ ਕੇ ਇਨਕੁਆਇਰੀ ਕਰਕੇ ਆਉਂਦੀ ਆ ਵੀ ਸਤਿਗੁਰ ਜਾਣਾ ਕਿੱਥੇ ਆ। ਉੱਥੇ ਵੇਖ ਕੇ ਆਉਂਦੇ ਘਰ ਦੇ ਵਿੱਚ ਕਿ ਕੀ ਇਹ ਪੂਰਾ ਸਤਿਗੁਰ ਦੀ ਸਾਂਭ ਸੰਭਾਲ ਕਰ ਸਕਦੇ ਨੇ। ਇੱਕ ਲਿਖਤ ਧਰਮ ਪ੍ਰਚਾਰ ਕਮੇਟੀ ਕੋ ਹੁੰਦੀ ਹੈ। ਇਹਦੇ ਵਿੱਚ ਦੱਸ ਦਿਓ, ਜੇ ਰਿਪੋਰਟ ਦੀ ਤਾਂ ਗੱਲ ਹੀ ਇੱਕ ਵੱਖਰੀ ਰਹੀ, ਇੱਕ ਆਮ ਹੀ ਸੰਗਤ ਨੂੰ ਪਤਾ ਹੋਣਾ ਜਿਹੜੇ ਮਹਾਰਾਜ ਦਾ ਸਰੂਪ ਲਿਆਏ ਕੀ ਮਹਾਰਾਜ ਦੇ ਸਰੂਪ ਹੈ। ਸ਼੍ਰੋਮਣੀ ਕਮੇਟੀ ਜਾਂਦੇ ਹੀ ਇੱਕ ਐਪਲੀਕੇਸ਼ਨ ਦਿੱਤਿਆਂ ਦੇ ਦਿੰਦੀ ਹੈ ਨਾ, ਇੱਕ ਪੂਰਾ ਪ੍ਰੋਸੈਸ ਦੇ ਵਿੱਚੋਂ ਲੰਘਦਾ। ਬਿਲਕੁਲ ਜੀ। ਤੇ ਫਿਰ ਉਹ ਰਿਕਾਰਡ ਕਿੱਥੇ ਗਿਆ? ਫਿਰ ਕਮ ਸੇ ਕਮ ਕੋਈ ਨਾ ਕੋਈ ਤੇ ਨਾ ਉਹ ਕੰਮ ਭਾਈ ਸਾਹਿਬ ਕੀਤਾ ਵਾ ਜਿਹੜਾ ਇੱਕ ਚੋਰੀ ਲੁਕਾਉਣ ਕਰਕੇ ਆਏ 1000 ਚੋਰੀ ਇਹਨਾਂ ਦੀ ਸਾਹਮਣੇ ਆਉਂਦੀ। ਜੀ 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 ਜੀ। ਕੋਈ ਨਾ ਕੋਈ ਤਾਂ ਕੰਮ ਭਾਈ ਸਾਹਿਬ, ਅਸੀਂ ਆ ਵੇਖੋ ਚਿੱਟੇ ਅਨਪੜ੍ਹ ਆ, ਸਾਨੂੰ ਇਹ ਗੱਲ ਦਾ ਪਤਾ ਲੱਗਦਾ। ਆਮ ਜੇ ਬੰਦੇ ਅਸੀਂ ਪੱਠੇ ਵੜ ਜੇ, ਸਾਨੂੰ ਇਸ ਗੱਲ ਦਾ ਪਤਾ ਲੱਗਦਾ। ਹਾਂ, ਤੇ ਇਹ ਜਿਹੜੇ ਪੜ੍ਹੇ ਲਿਖੇ ਡਿਗਰੀਆਂ ਲਈਆਂ ਉੱਥੇ ਆ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਪੜ੍ਹੇ ਆ, ਵਕੀਲ ਵੀ ਆ, ਉਹ ਬੰਦਿਆਂ ਨੂੰ ਕੀ ਇੰਨੀ ਸਮਝ ਨਹੀਂ ਲੱਗਦੀ। ਦੂਜੀ ਗੱਲ ਆਪਾਂ ਮਹਾਰਾਜ ਸਰੂਪ ਦੀ ਵਾਦ ਚ ਰਹੇਗੀ। ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਨੇ ਮੈਂਬਰ ਨੇ, ਕਿਸੇ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਭਾਈ ਪਹਿਲਾਂ ਸਰੂਪਾਂ ਦਾ ਹਿਸਾਬ ਦਿਓ, ਬਾਕੀ ਸਾਰੀਆਂ ਗੱਲਾਂ ਬਾਅਦ ਚ ਕਰਾਂਗੇ। ਬਿਲਕੁਲ, ਇਹ ਕਿਸੇ ਨੇ ਨਹੀਂ ਆਏ 15 ਜਿਹੜੇ ਆ, ਔਰ ਹਰੇਕ ਦੇ ਨਾਮ ਨਾਲ ਲੱਗਦਾ ਜਥੇਦਾਰ। ਹਾਂ, ਇਹ ਸਾਡਾ ਜਥੇਦਾਰ ਹੈ ਜੀ, ਇਹ ਫਲਾਣਾ ਜਥੇਦਾਰ ਹੈ ਜੀ। ਇਹ ਫਿਰ ਕਿਹੜਾ ਜਥੇਦਾਰ ਹੈ ਜਿਹੜਾ 328 ਸਰੂਪਾਂ ਦੀ ਗੱਲ ਹੀ ਨਹੀਂ ਹੋ ਰਹੀ? ਗੱਲ ਹੀ ਉਹ ਤੁਸੀਂ ਵੇਖੋ, ਆ ਜਿਹੜਾ ਸਿੰਘ ਸਾਹਿਬ ਹੈ ਆਪਣਾ, ਹੁਣ ਦਿਲ ਨਹੀਂ ਕਰਦਾ ਕਿਉਂਕਿ ਇਹ ਜਿਹੜੇ ਕਹਿੰਦੇ ਆ ਵੀ ਗੱਲ ਤਖਤ ਦੀ ਆ ਜਾਂਦੀ ਫਿਰ ਵਿੱਚ, ਤੇ ਤਖਤ ਦੇ ਉੱਤੇ ਬਹਿਣ ਵਾਲੇ ਬੰਦੇ ਗਲਤ ਹੋ ਸਕਦੇ ਆ। ਸ਼੍ਰੋਮਣੀ ਕਮੇਟੀ ਸਾਡੀ ਗਲਤ ਨਹੀਂ, ਸਾਡੇ ਤਖਤ ਗਲਤ ਨਹੀਂ, ਇਹਨਾਂ ਦੇ ਜਿਹੜੇ ਕਾਬਜ ਬੰਦੇ ਆ ਨਾ, ਇਹਨਾਂ ਸਾਡੀਆਂ ਸਿੱਖ ਕੌਮ ਦੀਆਂ ਧੱਜੀਆਂ ਡਾਤੀ। ਇਹ ਤਲਵੇ ਚੱਟ ਜੁੱਤੀ ਚੱਟ ਬੰਦੇ ਜਿਹੜੇ ਆ, ਇਹਨਾਂ ਸਾਡੀ ਕੌਮ ਦਾ ਨੁਕਸਾਨ ਬਹੁਤ ਕਰਤਾ। ਜੇ ਅੱਜ ਵੀ ਕੌਮ ਜਾਗਰੂਕ ਨਾ ਹੋਈ, ਇਹ ਪੰਥ ਦੇ ਆਗੂ ਸਾਡੇ ਇਕੱਠੇ ਨਾ ਹੋਏ, ਅਸੀਂ ਤਾਂ ਅੱਜ ਵੀ ਹੋਕਾ ਦੇ ਰਹੇ ਹਾਂ। ਇੱਕ ਇਕੱਠਾ ਪ੍ਰਿੰਟ ਬਣਾਤਾ, ਆਪਣੀਆਂ ਜਥੇਬੰਦੀਆਂ ਦਾ ਨਾਂ ਹੀ ਖਤਮ ਕਰਤਾ ਪਿੱਛੋਂ। ਅੱਛਾ, ਅਸੀਂ ਇਹੋ ਗੱਲ ਕਹੀ ਵੀ ਕਹਿਣਾ ਖਰੇ ਆਪਣੀਆਂ ਜਥੇਬੰਦੀਆਂ ਦੇ ਕਰਕੇ ਨਾਂ ਚਮਕਾਉਣ ਕਰਕੇ ਅੱਗੇ ਚੱਲੇ ਨੇ। ਇੱਕ ਸਾਂਝਾ ਫਰੰਟ ਅਸੀਂ ਬਣਾਤਾ ਵੀ ਅਸੀਂ ਹਰ ਇੱਕ ਕੋ ਜਾਵਾਂਗੇ, ਬੇਨਤੀ ਕਰਾਂਗੇ, ਚਾਹੇ ਕੋਈ ਸਿਆਸੀ ਹੈ ਚਾਹੇ ਕੋਈ ਵੀ ਹੈ, ਵੀ ਨਹੀਂ ਆਪਾਂ ਪੰਥ ਬਚਾ ਲਈਏ ਜੀ। ਹੁਣ ਜੇ ਮੇਰਾ ਇੱਕ ਲਾਸਟ ਦੇ ਉੱਪਰ ਇੱਕ ਸਵਾਲ ਹੈ ਵੀ ਮੋਰਚਾ ਸੱਟਾਂ ਲੱਗਣ ਤੋਂ ਬਾਅਦ ਖਤਮ ਕਰਤਾ? ਬਿਲਕੁਲ ਕੋਈ ਪਲਾਨ ਹੈ? ਬਿਲਕੁਲ ਨਹੀਂ ਭਾਈ ਸਾਹਿਬ, ਸੱਟਾਂ ਬਹੁਤ ਜ਼ਿਆਦੀਆਂ। ਅੱਜ ਵੀ ਵੇਖੋ ਗੁੱਟ ਵੱਜੇ ਆ, ਮੈਂ ਕੱਲ ਹੀ ਪੱਟੀ ਲਾ ਕੇ ਆਇਆ। ਅੱਜ ਵੀ ਆ ਗੁੱਟ ਜਿਹੜਾ ਵਾ ਇੱਥੋਂ ਐ ਸਿੱਧਾ ਨਹੀਂ ਹੁੰਦਾ। ਚਲੋ ਉਸ ਤਰ੍ਹਾਂ ਹੌਸਲੇ ਕਰਕੇ ਚੀਜ਼ਾਂ ਚਲੋ ਲਾ ਕੇ ਆਪਾਂ ਇੱਕ ਗੁਰੂ ਸਾਹਿਬ ਦੇ ਕਰਕੇ, ਗੁਰੂ ਸਾਹਿਬ ਨੇ ਖੂਨ ਦੇ ਵਿੱਚ ਦਲੇਰੀ ਨਹੀਂ ਬਖਸ਼ੀ, ਕੋਈ ਗੱਲ ਨਹੀਂ ਇਸ ਚੀਜ਼ ਦੀ, ਪਰ ਸਿੰਘਾਂ ਦੇ ਸੱਟਾਂ ਬੁਰੇ ਹਾਲ ਹੱਥਾਂ ਤੇ ਵੇਖੋ ਅੱਜ ਵੀ। ਤੇ ਇਹ ਸਿੰਘ ਜਿਹੜੇ ਆ ਬੁਰੇ ਹਾਲ ਇਹਨਾਂ ਦੇ, ਇਹਦੇ ਕਰਕੇ ਅਸੀਂ ਪ੍ਰੋਗਰਾਮ ਅਸੀਂ ਅਰਦਾਸ ਬੇਨਤੀ ਕਰਕੇ ਆਏ ਹਾਂ ਜੀ ਵੀ ਅੱਗੇ ਦਾ ਜਿਹੜਾ ਵਾ ਪ੍ਰੋਗਰਾਮ ਆ ਇਹ ਸੰਗਤ ਨੂੰ ਜਿਹੜਾ ਦਿੱਤਾ ਵਾ, ਜਦੋਂ ਇਹਨਾਂ ਦਾ ਫਿਰ ਆਪਣਾ ਪ੍ਰਧਾਨ ਚੁਣਿਆ ਜਾਣਾ 27 ਤਰੀਕ ਨੂੰ ਜੀ,
ਉਦੋਂ ਦਾ ਇਹ ਸਿੰਘਾਂ ਨੂੰ ਕਿਹਾ ਗਿਆ ਵਾ ਵੀ ਉਦੋਂ ਦਾ ਵੀ ਆਪਾਂ ਜਾ ਕੇ ਇਹਨਾਂ ਦਾ ਜਿਹੜਾ ਵਿਰੋਧ ਕਰਨਾ, ਹਾਂ ਕਾਲੀਆਂ ਝੰਡੀਆਂ ਵਿਖਾਉਣੀਆਂ, ਇਹਨਾਂ ਨੂੰ ਕਹਿਣਾ ਵੀ ਪ੍ਰਧਾਨ ਤਾਂ ਬਾਅਦ ਚ ਚਾਹੁੰਦੇ ਪਰ ਪਹਿਲਾਂ ਪ੍ਰਧਾਨ ਸਾਹਿਬ ਦੇ ਕੇ ਜਾਵੇ। ਓਕੇ ਵੀ ਬਾਕੀ ਤਾਂ ਤੁਸੀਂ ਅੱਗੇ ਹੁਣ ਗਾਂ ਚੁਣਨ ਲੱਗੇ, ਜਿਹੜਾ ਪਿਛਲਾ ਉਹਦੇ ਕੋਲ ਤਾਂ ਹਿਸਾਬ ਲੈ ਲਓ ਪਹਿਲਾਂ। ਇਸ ਕਰਕੇ ਅਸੀਂ ਜਿਹੜਾ ਵਾ ਇਹ ਜਿਹੜਾ ਵਾ ਉਪਰਾਲਾ ਅੱਗੇ ਦਾ ਕੀਤਾ, ਗਾਂ ਜਿਹੜਾ ਹੋਰ ਉਪਰਾਲਾ ਉਦੋਂ ਦਿੱਤਾ ਜਾਊਗਾ। ਇਹ ਮੋਰਚਾ ਖਤਮ ਨਹੀਂ, ਕਿਉਂਕਿ ਹਰ ਸੰਗਤ ਜਿਹੜੀ ਹੈ ਇਹ ਦੇਖ ਰਹੀ ਹੈ ਕਿ ਖਰੇ ਇਹਨਾਂ ਬੈਠ ਕੇ ਮੋਰਚਾ ਲਾਉਣਾ, ਇਹ ਅਸੀਂ ਪੰਥ ਦੇ ਵਿੱਚ ਪਾਟਕ ਨਹੀਂ ਪਾਉਣੀ ਚਾਹੁੰਦੇ, ਕਿਉਂਕਿ ਵਡਾਲਾ ਸਾਹਿਬ ਬੈਠੇ ਨੇ ਇੱਕ ਮੋਰਚਾ ਲਾ ਕੇ, ਅਸੀਂ ਉਹ ਮੋਰਚੇ ਅੱਡੋ ਅੱਡੀ ਜਿਹੜੇ ਆ ਉਹ ਨਹੀਂ ਲਾਉਣੇ ਚਾਹੁੰਦੇ। ਇਹ ਕਰਕੇ ਜਿਹੜਾ ਇਹ ਅਸੀਂ ਦੂਜਾ ਮੋਰਚੇ ਦੀ ਦਿਸ਼ਾ ਜ਼ਰੂਰ ਬਦਲ ਦਾਂਗੇ, ਪਰ ਚੱਲਾਂਗੇ ਜ਼ਰੂਰ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਭਾਈ ਦਿਲਬਾਗ ਸਿੰਘ ਜੀ ਤੁਹਾਡੇ ਧੰਨਵਾਦੀ ਹਾਂ। ਤੁਸੀਂ ਬੜੇ ਸੁਚੱਜੇ ਢੰਗ ਦੇ ਨਾਲ ਸਾਰੀ ਜਾਣਕਾਰੀ ਦਿੱਤੀ ਹੈ। ਦਰਸ਼ਕੋ, ਕੁਝ ਵੀਰਾਂ ਦਾ ਬਾਰ-ਬਾਰ ਕਹਿਣਾ ਇਹ ਸੀ ਕਿ ਜਿਹੜੇ ਜ਼ਖਮੀ ਵੀਰ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਉਹ ਖੁਦ ਦੱਸਣ ਕਿ ਮਾਮਲਾ ਹੋਇਆ ਕੀ, ਕਿਉਂਕਿ ਚਸ਼ਮਦੀਦ ਵੀ ਨੇ, ਪੀੜਤ ਧਿਰ ਵੀ ਨੇ, ਕਿਉਂਕਿ ਇਹਨਾਂ ਨੇ ਆਪਣੇ ਜ਼ਖਮ ਵੀ ਦਿਖਾਏ ਨੇ। ਪਰ ਬਾਰ-ਬਾਰ ਇਹ ਗੱਲ ਕਹਿ ਰਹੇ ਵੀ ਇਹਨਾਂ ਜ਼ਖਮਾਂ ਦੀ ਪੀੜ ਨਹੀਂ ਹੈ, ਜ਼ਖਮ ਤੇ ਉਹ ਹੈ ਵੀ 328 ਸਵਰੂਪਾਂ ਦਾ ਹਿਸਾਬ ਲਾਪਤਾ ਨੇ ਤੇ ਕਿੱਥੇ ਨੇ। ਖੈਰ, ਵੀਰਾਂ ਨੇ ਸੁਚੱਜੇ ਢੰਗ ਦੇ ਨਾਲ ਸਾਨੂੰ ਜਾਣਕਾਰੀਆਂ ਦਿੱਤੀਆਂ ਨੇ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।